ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ। ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ। ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ। ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ। ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਆਤ ਸਤਿਕਾਰ ਜੋ ਗੁਰਮੁਖ ਪਿਆਰੇ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਜਿਨ੍ਹਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਜੀ ਦਾ ਜੀਵਨ ਪ੍ਰਸੰਗ ਸਰਵਣ ਕਰ ਰਹੇ ਹਾਂ। ਕੱਲ ਆਪਾਂ 62ਵੇਂ ਘਰ ਦਾ ਇਹ ਪ੍ਰਸੰਗ ਸਰਵਣ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਨੇ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੂੰ 5 ਪੈਸੇ ਔਰ ਲਲੇਰ ਰੱਖ ਕਰਕੇ ਮੱਥਾ ਟੇਕਿਆ, ਪ੍ਰਦਰਸ਼ਨਾ ਕੀਤੀ, ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਬਾਬਾ ਬੁੱਢਾ ਜੀ ਨੂੰ ਸਤਿਗੁਰਾਂ ਹੁਕਮ ਕੀਤਾ ਕਿ ਗੁਰਤਾ ਗੱਦੀ ਦਾ ਤਿਲਕ ਤੁਸੀਂ ਕਰੋ। ਉਸ ਉਪਰੰਤ ਬਾਕੀ ਸਿੱਖ ਸੰਗਤਾਂ ਨੂੰ ਸਭ ਨੂੰ ਕਿਹਾ, ਭਾਈ ਸਾਡਾ ਹੀ ਸਰੂਪ ਜਾਣ ਕਰਕੇ ਤੁਸੀਂ ਨਮਸਕਾਰ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਇਤਿਆਦਿਕ ਬੇਅੰਤ ਸੰਗਤਾਂ ਨੇ ਬਚਨ ਮੰਨਿਆ, ਨਮਸਕਾਰ ਕੀਤੀ ਤੇ ਮਹਾਰਾਜ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਪ੍ਰੰਤ ਸਤਿਗੁਰਾਂ ਕਿਹਾ ਗੁਰੂ ਅੰਗਦ ਦੇ ਮਹਾਰਾਜ ਨੂੰ ਕਿ ਤੁਸੀਂ ਖਡੂਰ ਚਲੇ ਜਾਵੋ। ਮਹਾਰਾਜ ਇੱਥੇ ਖਡੂਰ ਸਾਹਿਬ ਆਏ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਉਪਦੇਸ਼ ਦਿੰਦੇ ਐ ਤੇ ਸਤਿਗੁਰੂ ਮਹਾਰਾਜ ਨੇ ਇਹ ਕਿਰਪਾ ਕੀਤੀ। ਬੇਅੰਤ
ਚਾਰੇ ਵਰਨਾਂ ਦੇ ਲੋਕ ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਨੇ ਔਰ ਗੁਰੂ ਪਾਤਸ਼ਾਹ ਜੀ ਸਿੱਖ ਸੰਗਤਾਂ ਵਿੱਚ ਬਿਰਾਜਮਾਨ ਹੋ ਕਰਕੇ ਉਪਦੇਸ਼ ਦਿੰਦੇ ਆ ਕਿ ਭਾਈ ਇਉਂ ਜਿਹੜਾ ਮਨੁੱਖਾ ਜਨਮ ਹੈ ਬਹੁਤ ਦੁਰਲੱਭ ਹੈ। ਆਪਣੇ ਸਵੈ ਸਰੂਪ ਨੂੰ ਜਾਣ ਕਰਕੇ ਇਹਨੂੰ ਸਫਲਾ ਕਰਨਾ ਚਾਹੀਦਾ ਹੈ। ਜਿਹੜੇ ਵਿਸ਼ੇ ਸੁੱਖ ਹਨ ਉਹ ਤਾਂ ਬਾਕੀ ਜੂਨਾਂ ਵੀ ਭੋਗਦੀਆਂ ਨੇ। ਜਿਹੜੀ ਵਿਚਾਰ ਬੁੱਧ ਹੈ ਇਹ ਮਨੁੱਖਾ ਜਨਮ ਦੇ ਵਿੱਚ ਹੈ ਗਿਆਨਵਾਨ। ਤੋ ਇਸ ਕਰਕੇ ਇਹ ਵਿਚਾਰੋ ਕਿ ਮੈਂ ਕੌਣ ਹਾਂ, ਜਗ ਵਿੱਚ ਆਉਣ ਦਾ ਕੀ ਕਾਰਨ ਹੈ। ਸਤ ਔਰ ਸਤ ਇਹਦਾ ਨਿਰਣਾ ਕਰਨਾ ਚਾਹੀਦਾ ਹੈ। ਅਸਤ ਨੂੰ ਛੱਡ ਕਰਕੇ ਸਤ ਨੂੰ ਗ੍ਰਹਿਣ ਕਰਨਾ। ਐਸਾ ਸਤਿਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿ ਭਾਈ ਅਗਰ ਇਹ ਵਿਚਾਰ ਨਹੀਂ ਲਿਆਉਂਦਾ ਹੈ ਤਾਂ ਮਨੁੱਖਾ ਜਨਮ ਨਿਸਫਲ ਹੈ। ਇਹਦੇ ਤਿੰਨ ਅਵਸਥਾ ਹਨ ਸਰੀਰ ਦੀਆਂ। ਮਹਾਰਾਜ ਕਹਿੰਦੇ ਇਹਨਾਂ ਦੇ ਵਿੱਚ ਦੋਸ਼ ਨੇ। ਜਿਵੇਂ ਪਹਿਲੀ ਅਵਸਥਾ ਹੈ ਬਾਲਕ। ਬਾਲ ਅਵਸਥਾ ਦੇ ਵਿੱਚ ਦੋਸ਼ ਹੈ ਭ੍ਰਾਂਤੀ ਦਾ। ਇਹਨੂੰ ਹਰ ਸਮੇਂ ਭ੍ਰਾਂਤੀ ਬਣੀ ਰਹਿੰਦੀ ਹੈ। ਫਿਰ ਜਲਨਤਾ ਹੈ, ਫਿਰ ਚਪਲਤਾ ਚੰਚਲਤਾ ਹੈ, ਫਿਰ ਗੁਰਮੁਖੋ ਇੱਛਾ ਹਰ ਕੋ ਚੀਜ਼ ਨੂੰ ਪ੍ਰਾਪਤ ਕਰਨ ਦੀ, ਔਰ ਪੰਜਵੀਂ ਦੀਨਤਾ ਕਿ ਕਰ ਕੁਝ ਨਹੀਂ ਸਕਦਾ ਹੈ ਇਹ, ਕਿਉਂਕਿ ਇਹਦੇ ਵੱਸ ਨਹੀਂ ਹੁੰਦਾ, ਨਾ ਤੇ ਕੋਈ ਤਾਕਤ ਹੈ। ਇਹ ਬਾਲ ਅਵਸਥਾ ਦੇ ਦੋਸ਼ ਹਨ। ਫਿਰ ਮਹਾਰਾਜ ਕਹਿੰਦੇ ਭਾਈ ਜਵਾਨੀ ਦੀ ਅਵਸਥਾ ਆਉਂਦੀ ਹੈ। ਇਹਦੇ ਵਿੱਚ ਵੀ ਦੋਸ਼ ਨੇ। ਕਾਮ ਰੂਪੀ ਪਿਸ਼ਾਚ ਨੂੰ ਲੱਗ ਜਾਂਦਾ ਹੈ, ਵਿਸ਼ੇ ਸੁੱਖ ਭੋਗਣ ਵੱਲ ਰੁਚੀ ਹੁੰਦੀ ਹੈ, ਤੋ ਫਿਰ ਉਹ ਸਾਰੇ ਦੁੱਖਾਂ ਦਾ ਕਾਰਨ ਬਣ ਜਾਂਦੇ ਹੈ। ਜਿਹੜੇ ਸਤ ਸੰਤੋਖ ਵਿਰਾਗ ਵਿਚਾਰ ਸ਼ਾਂਤ ਆਤਮਾ ਇਹ ਵੱਡਾ ਧਨ ਹੈ। ਤੋ ਤ੍ਰਿਸ਼ਨਾ ਔਰ ਕਾਮ ਵਿਕਾਰਾਂ ਵਿੱਚ ਲੱਗ ਕਰਕੇ ਇਹ ਫਿਰ ਜਿਹੜਾ ਹੈ ਜਿਹੜੀ ਇਸ ਧਨ ਨੂੰ ਵਿਸ਼ੇ ਵਿਕਾਰ ਸਾਰੇ ਨਿਗਲ ਜਾਂਦੇ ਹਨ। ਤੋ ਇਸ ਤਰ੍ਹਾਂ ਫਿਰ ਇਹ ਵੀ ਹੈ ਕਿ ਬਾਲਕ ਅਵਸਥਾ ਨੂੰ ਦੇਖੋ ਯੁਵਾ ਅਵਸਥਾ ਗਰਾਸ ਲੈਂਦੀ ਹੈ ਤੇ ਯੁਵਾ ਨੂੰ ਫਿਰ ਜਵਾਨੀ ਨੂੰ ਵਡੇਪਾ ਕੇ ਗਰਾਸ ਲੈਂਦਾ ਹੈ। ਵਡੇਪੇ ਦੇ ਵੀ ਆਪਣੇ ਦੋਸ਼ ਹਨ। ਇਹ ਜਿਹੜੀ ਦੇਹੀ ਹੈ ਜਰਜਰੀ ਹੋ ਜਾਂਦੀ ਹੈ, ਬੁੱਧੀ ਖੀਣ ਹੋ ਜਾਂਦੀ ਹੈ, ਅੱਖਾਂ ਤੋਂ ਦਿਸਣਾ ਘਟ ਜਾਂਦਾ ਹੈ, ਕੰਨ ਜਿਹੜੇ ਆ ਸੁਣਨਾ ਘਟ ਜਾਂਦਾ ਹੈ, ਸਿਰ ਕੰਬਣ ਲੱਗ ਜਾਂਦਾ ਹੈ, ਔਰ ਤ੍ਰਿਸ਼ਨਾ ਜੇ ਨਾਮ ਨਹੀਂ ਜਪਦਾ ਸਗੋਂ ਵੱਧ ਜਾਂਦੀ ਹੈ। ਤੇ ਇੱਕ ਦਿਨ ਫਿਰ ਭਾਈ ਇਹਨੂੰ ਕਾਲ ਗਰਸ ਲੈਂਦਾ ਹੈ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਵਿਚਾਰ ਨਹੀਂ ਕੀਤੀ, ਫਿਰ ਭਾਈ ਵੱਡੇ ਦੁੱਖ ਕਸ਼ਟ ਪਾਉਂਦਾ ਹੈ। ਫਿਰ ਕੋਈ ਇਹਨੂੰ ਬਚਾ ਨਹੀਂ ਸਕਦਾ ਕਾਲ ਤੋਂ। ਕਾਲ ਜਿਹੜਾ ਮਹਾਬਲੀ ਹੈ, ਵੱਡੇ ਵੱਡੇ ਮਹਾਬਲੀਆਂ ਨੂੰ ਨਾਸ਼ ਕਰਤਾ। ਅਗਰ ਭਾਈ ਕੋਈ ਆਪਣੀ ਕਲਿਆਣਤਾ ਚਾਹੁੰਦਾ ਹੈ, ਮਹਾਰਾਜ ਕਹਿੰਦੇ ਉਹਨੂੰ ਸਤਸੰਗ ਕਰਨੀ ਚਾਹੀਦੀ ਹੈ ਤੇ ਗੁਰੂ ਕੇ ਬਚਨ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਣ ਕਰਕੇ ਅਭਿਆਸੀ ਬਣੇ। ਫਿਰ ਆਪਣੇ ਨਿਜ ਸਰੂਪ ਦੀ ਸਾਖਾਤਤਾ ਪ੍ਰਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ। ਫਿਰ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਇੱਕ ਦਿਨ ਦਰਸ਼ਨ ਕਰਨ ਹਿੱਤ ਇਹ ਧਿਆਨ ਧਰਿਆ ਤੇ ਮਹਾਰਾਜ ਨੇ ਉੱਥੇ ਜਾ ਕਰਕੇ ਹੀ ਅੰਤਰ ਧਿਆਨ ਹੋ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦਰਸ਼ਨ ਦਿੱਤੇ ਹਨ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਜੋ ਗੁਰਤਾ ਗੱਦੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਸੂਬਦੀ ਪੰਚਮੀ ਨੂੰ ਜਿਹੜੀ ਹੈ ਬਖਸ਼ਿਸ਼ ਕੀਤੀ ਹੈ। ਤੋ ਆਓ ਅਗਲੀ ਜੋ ਕਥਾ ਹੈ ਉਹ ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉ ਜੰਜਾਰ ਉਰਜਿਓ ਮਨਾ, ਕਾਜ ਨ ਤੇਰੇ ਕੋਏ। ਆਪਣੇ ਮਨ ਪ੍ਰਤੀ ਉਪਦੇਸ਼ ਕਰਦਿਆਂ ਮੰਗਲਮਈ ਉਪਦੇਸ਼ ਕਰੂਪ ਮੰਗਲ ਹੈ ਕਿ ਹੇ ਮਨਾ, ਕਿਉਂ ਤੂੰ ਐਵੇਂ ਵਾਧੂ ਦੇ ਜੰਜਾਲਾਂ ਵਿੱਚ ਉਲਝਿਆ ਪਿਆ ਹੈ।
ਯਾਦ ਰੱਖ, ਇਹ ਦੁਨੀਆ ਦੇ ਜਿਹੜੇ ਜੰਜਾਲ ਬਣਾਏ ਹਨ, ਇਹ ਭਾਈ ਤੇਰੇ ਆਤਮਿਕ ਤੌਰ ਤੇ ਪਰਮੇਸ਼ਰ ਦੇ ਮਿਲਾਪ ਵਿੱਚ ਕੋਈ ਤੇਰੇ ਕੰਮ ਨਹੀਂ ਆ ਸਕਦੇ। ਇਹ ਜੀਵਨ ਦੀ ਸਫਲਤਾ ਦੇ ਲਈ ਵੀ ਤੇਰੇ ਕਿਸੇ ਕੰਮ ਨਹੀਂ ਆਉਣੇ। ਕਿਉਂ ਜੰਜਾਰ ਉਰਝੋ ਮਨਾ, ਕਾਜ ਨਾ ਤੇਰਾ ਕੋਈ, ਤੇਰੇ ਕੋਈ ਕੰਮ ਨਹੀਂ ਹਨ। ਸਤਿਗੁਰ ਚਰਨ ਸਰੋਜ ਕੋ, ਸੇਵ ਸਦਾ ਸੁਖ ਹੋਏ। ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਚਰਨ ਹਨ ਸਰੋਜ, ਇਹ ਕਮਲਵਤ ਨੇ। ਗੁਰੂ ਦੇ ਚਰਨਾਂ ਕਮਲਾਂ ਨੂੰ ਸੇਵਣਾ ਕਰ, ਗੁਰੂ ਉਪਦੇਸ਼ ਨਾਲ ਜੁੜ, ਗੁਰੂ ਕੀ ਸੇਵਾ ਕਰ, ਤਾਂ ਫਿਰ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੋਵੇਗੀ। ਚੌਪਈ ਅਸੂ ਬਦੀ ਵਸੂ ਦਿਨ ਆਇਓ। ਹੁਣ ਗੁਰਤਾ ਗੱਦੀ ਬਖਸ਼ੀ ਨੂੰ 3 ਦਿਨ ਹੋ ਗਏ। ਅਸੂ ਬਦੀ ਵਸੂ ਦਿਨ ਆਇਓ। ਵਸੂ ਕਹਿੰਦੇ, ਵਸੂ 8 ਤਰ੍ਹਾਂ ਦੇ ਨੇ। ਭਾਵ ਇੱਥੇ ਗਿਣਤੀ ਹੈ ਇਹ ਕਿ ਅਸੂ ਬਦੀ ਹਨੇਰ ਪੱਖ ਜਿਹੜਾ ਹੈ ਮੱਸਿਆ ਤੋਂ ਪਹਿਲਾਂ ਵਾਲਾ, ਅਸੂ ਦਾ ਮਹੀਨੇ ਵਿੱਚ ਜੋ ਅਸੂ ਬਦੀ 8, ਇਹ ਦਿਨ ਭਾਈ ਆਇਆ ਹੈ। ਸ੍ਰੀ ਜਗ ਗੁਰ ਕੇ ਮਨ ਅਸ ਭਾਇਓ। ਸ੍ਰੀ ਜਗਤ ਗੁਰੂ ਪਾਤਸ਼ਾਹ ਜੀ ਦੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਨ ਵਿੱਚ ਐਸਾ ਹੁਣ ਭਾਇਆ ਹੈ। ਸ੍ਰੀ ਚੰਦ ਕੋ ਲੈ ਕਰ ਸਾਥ, ਤੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੂੰ ਨਾਲ ਲੈ ਕਰਕੇ, ਰਾਵੀ ਤਟ ਗਮਨੇ ਜਗਨਾਥ। ਰਾਵੀ ਦੇ ਕਿਨਾਰੇ ਵੱਲ ਨੂੰ ਜਗਤ ਮਾਲਕ ਚੱਲੇ ਹਨ। ਅਸ਼ਟ ਬਿਘੇ ਕੋ ਏਕ ਕੇਦਾਰਾ, ਤੇ 8 ਬਿਘਿਆਂ ਦਾ ਇੱਕ ਖੇਤ ਹੈ। ਕੇਦਾਰਾ ਨਾਮ ਗੁਰਮੁਖੋ ਖੇਤ ਨੂੰ ਕਿਹਾ ਇੱਥੇ। 8 ਬਿਘਿਆਂ ਦਾ ਹੈ। ਤਾਹਾਂ ਠਾੜ ਹੋਏ ਬਚਨ ਉਚਾਰਾ। ਉੱਥੇ ਖੜ ਕੇ ਸਤਿਗੁਰੂ ਜੀ ਨੇ ਇਹ ਬਚਨ ਕਿਹਾ, ਸੁਨਹੁ ਤਾਤ ਇਹੋ ਸ਼ੁਭ ਅਸਥਾਨਾ। ਹੇ ਪੁੱਤਰ ਸੁਣ, ਇਹ ਜੋ ਸ਼ੁਭ ਅਸਥਾਨ ਹੈ, ਕਾਸ਼ਟ ਹਮਰੇ ਡਾਰੋ ਆਨਾ। ਇੱਥੇ ਸਾਡੇ ਵਾਸਤੇ ਲੱਕੜਾਂ ਜੋ ਹੈ ਲਿਆ ਕੇ ਇਕੱਠੀਆਂ ਕਰ ਲਵੋ। ਨੀਕੀ ਵਿਧ ਹੈ ਤਾਤ ਸਮਝਾਈ। ਔਰ ਚੰਗੀ ਤਰ੍ਹਾਂ ਦੇ ਨਾਲ ਪੁੱਤਰ ਨੂੰ ਸਤਿਗੁਰਾਂ ਸਮਝਾਇਆ ਹੈ। ਆਨ ਪ੍ਰਵੇਸ਼ੇ ਪੁਨ ਪੁਰ ਮਾਹੀ। ਤੇ ਫੇਰ ਮਹਾਰਾਜ ਜੀ ਭਾਈ ਨਗਰਪੁਰੀ ਦੇ ਵਿੱਚ ਆ ਪ੍ਰਵੇਸ਼ ਹੋਏ। ਚਲ ਤਰ ਤਰੈ ਬਿਰਾਜੇ ਆਈ। ਚਲ ਤਰ ਜੋ ਪਿੱਪਲ ਦਾ ਦਰਖਤ ਹੈ, ਉਸ ਦੇ ਥੱਲੇ ਮਹਾਰਾਜ ਆਪ ਬਿਰਾਜੇ ਹਨ। ਸਰਬ ਸਿੱਖ ਤਹਿ ਦਰਸ ਦਿਖਾਈ। ਸਾਰੇ ਸਿੱਖਾਂ ਨੂੰ ਉੱਥੇ ਦਰਸ਼ਨ ਦੇ ਰਹੇ ਨੇ। ਦੋਹਰਾ ਚਤਰ ਚਾਦਰੇ ਰੁਚਰ ਗੁਰ, ਰਾਖ ਤੇ ਆਪਣੇ ਪਾਸ। ਚਤਰ ਚਾਦਰੇ, 4 ਤਰ੍ਹਾਂ ਦੇ ਚਾਦਰੇ, ਭਾਵ 4 ਬਸਤਰ ਜਿਹੜੇ ਹੈ ਵਿਛਾਈ ਰੂਪ ਦੇ ਵਿੱਚ ਜਿਹੜੇ ਹਨ ਮਹਾਰਾਜ, ਉਹ ਭਾਈ 4 ਚਾਦਰੇ ਭਾਵ ਚਾਦਰਾਂ ਰੂਪ ਵਿੱਚ ਰੁਚਰ, ਜਿਹੜੇ ਸੋਹਣੇ ਸੁੰਦਰ ਹਨ, ਗੁਰੂ ਸਾਹਿਬ ਜੀ ਆਪਣੇ ਕੋਲ ਰੱਖਦੇ। ਬਿਮਲ ਜੁਗਲ ਕੋ ਕਰ ਭਲੇ, ਧਰੇ ਸੋ ਰਹਿ ਆਵਾਸ। ਤੇ ਇਹਦੇ ਵਿੱਚ 2 ਮਹਾਰਾਜ 4 ਬਸਤਰ ਬਣਾ ਕੇ ਰੱਖਦੇ ਸੀ। 2 ਦੀ ਵਰਤੋਂ, 2 ਜਿਹੜੇ ਹਨ ਉਹ ਭਾਈ 4 ਤਿਆਰ ਕਰਾਉਣ ਤੋਂ ਬਾਅਦ ਬਿਮਲ ਜੁਗਲ, ਜਿਹੜੇ ਸੋਹਣੇ ਉੱਜਲ ਜੁਗਲ ਕਹੀਏ 2, ਉਹਨਾਂ ਨੂੰ ਕਰ ਭਲੇ, ਭਲੀ ਪ੍ਰਕਾਰ ਧਰੇ ਸੋ ਰਹਿ ਆਵਾਸ। 2 ਘਰ ਦੇ ਵਿੱਚ ਧਰੇ ਰਹਿੰਦੇ ਸਨ। ਚੌਪਈ ਦ્વੈ ਸਰੀਰ ਪਰ ਪਹਿ ਰਹਿ ਦਿਆਲਾ। ਤੇ 2 ਜਿਹੜੇ ਹਨ ਉਹ ਸਤਿਗੁਰੂ ਜੀ ਹੁਣ ਸਰੀਰ ਤੇ ਪਹਿਨਦੇ ਆ। ਤੇ 2 ਜਿਹੜੇ ਆ ਘਰ ਵਿੱਚ ਸਵੱਛ ਹੋ ਕੇ ਭਾਈ ਸਧਾਰਨ, ਉਹ ਮਹਾਰਾਜ ਦੇ
ਬਸਤਰ ਧੋਂਦਾ ਹੁੰਦਾ ਸੀ। ਗੁਰਮੁਖ ਬ੍ਰਹਮ ਗਿਆਨੀ ਤੇ ਗੁਰੂ ਸਾਹਿਬ ਨੇ ਭਾਈ ਸਧਾਰਨ ਨੂੰ ਸੰਤ ਸਧਾਰਨ ਵੀ ਬਚਨ ਕਹੇ। ਦੋ ਸਰੀਰ ਤੇ ਮਹਾਰਾਜ ਦਿਆਲੂ ਸਤਿਗੁਰੂ ਪਹਿਨਦੇ, ਜਿਨ ਕੇ ਨਾਮ ਟੁੱਟਹਿ ਜਮ ਜਾਲਾ। ਜਿਸ ਸਤਿਗੁਰੂ ਜੀ ਦਾ ਨਾਮ ਲੈਣ ਦੇ ਨਾਲ ਜਮਾਂ ਦਾ ਜਾਲ ਟੁੱਟ ਜਾਂਦਾ ਹੈ। ਤੇ ਛਿਨ ਭਨੀਏ ਸਧਾਰਨ ਤਾਈ। ਉਸ ਸਮੇਂ ਫਿਰ ਮਹਾਰਾਜ ਨੇ ਭਾਈ ਸਧਾਰਨ ਜੀ ਮਹਾਪੁਰਸ਼, ਜਿਨ੍ਹਾਂ ਨੂੰ ਸੰਤ ਸਧਾਰਨ ਵੀ ਕਿਹਾ, ਉਹਨਾਂ ਨੂੰ ਬਚਨ ਕਹੇ ਕਿਹਾ ਹੈ। ਬਸਤਰ ਪਖਾਰੋ ਜਲ ਮਹਿ ਜਾਈ। ਕਿ ਹੇ ਭਾਈ ਸਧਾਰਨ ਜੀ, ਬਸਤਰ ਜਿਹੜੇ ਹੈ ਜਲ ਵਿੱਚ ਜਾ ਕਰਕੇ ਇਹਨਾਂ ਨੂੰ ਧੋਣਾ ਕਰੋ। ਸੁਨ ਰਜਾਏ ਲੈ ਪਟ ਨਿਜ ਹਾਥਾ। ਤਾਂ ਸੁਣ ਕੇ ਮਹਾਰਾਜ ਦਾ ਬਚਨ, ਰਜਾ ਹੁਕਮ, ਉਹ ਬਸਤਰ ਲੈ ਕਰਕੇ ਆਪਣੇ ਹੱਥ ਵਹਿਰ ਪਖਾਰੇ ਜਲ ਕੇ ਸਾਥਾ। ਬਾਹਰ ਜਾ ਕਰਕੇ ਫਿਰ ਪਾਣੀ ਨਾਲ ਉਹ ਭਾਈ ਪਖਾਰੇ ਧੋਤੇ ਹਨ। ਕੀਨੇ ਬਿਮਲ ਪ੍ਰੇਮ ਔਰ ਧਾਰੇ। ਔਰ ਬਹੁਤ ਹੀ ਉਜਲ ਪ੍ਰੇਮ ਦੇ ਨਾਲ ਹਿਰਦੇ ਵਿੱਚ ਪ੍ਰੇਮ ਧਾਰ ਕੇ ਉਹਨਾਂ ਨੂੰ ਉਜਲ ਕੀਤਾ ਹੈ। ਆਤਪ ਸੰਗ ਸੁਕਾਏ ਸਵਾਰੇ। ਧੁੱਪ ਦੇ ਨਾਲ ਫਿਰ ਉਹਨਾਂ ਨੂੰ ਸੁਕਾਇਆ ਔਰ ਸਵਾਰਿਆ ਹੈ। ਲੈ ਕਰ ਆਇਓ ਜਬੈ ਸਮੀਪਾ। ਤੇ ਜਦੋਂ ਸਧਾਰਨ ਜੀ ਜੋ ਹਨ ਉਹ ਵਸਤਰ ਲੈ ਕਰਕੇ ਸਤਿਗੁਰੂ ਜੀ ਦੇ ਕੋਲ ਆਏ। ਪਿਖ ਬੋਲੇ ਬੇਦੀ ਕੁਲ ਦੀਪਾ। ਬੇਦੀ ਕੁਲ ਦੀਪਕ, ਬੇਦੀ ਕੁਲ ਨੂੰ ਪ੍ਰਕਾਸ਼ਣ ਵਾਲੇ ਸਤਿਗੁਰੂ ਜੀ ਵੇਖ ਕੇ ਬੋਲੇ ਹਨ। ਅਬ ਨਿਸ ਬੀਤੇ ਹੋਏ ਜੋ ਭੋਰੀ। ਉਸ ਦਿਨ ਹੁਣ ਅਸੂਬਦੀ 8 ਹੈ। ਮਹਾਰਾਜ ਕਹਿੰਦੇ ਭਾਈ ਹੁਣ ਜਿਹੜੀ ਇਹ ਰਾਤ ਬੀਤੇਗੀ ਫਿਰ ਜੋ ਸਵੇਰ ਹੋਊ। ਸਰਬ ਸਦਨ ਕੋ ਲਿੰਪ ਬਹੋਰੀ। ਤਾਂ ਭਾਈ ਸਾਰੇ ਘਰ ਨੂੰ ਫਿਰ ਤੁਸੀਂ ਲਿਪਾ ਪੋਚੀ ਕਰ ਦੇਣੀ ਹੈ। ਉੱਪਰ ਤਰੇ ਸਵੱਛ ਕੋ ਕਰਿਓ। ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਉਹਨੂੰ ਸਵੱਛ ਕਰ ਲਿਓ, ਪਵਿੱਤਰ ਕਰ ਦਿਓ। ਤਿਆਰ ਹੋਏ ਸੰਗ ਮੋਰ ਉਚਰਿਓ। ਜਦੋਂ ਚੰਗੀ ਤਰ੍ਹਾਂ ਤਿਆਰੀ ਹੋ ਗਈ ਤਾਂ ਫਿਰ ਮੈਨੂੰ ਦੱਸ ਦੇਣਾ ਹੈ। ਲਖਮੀ ਚੰਦ ਸੁਤਹਿ ਬੁਲਵਾਈ। ਫਿਰ ਬਾਬਾ ਲਖਮੀ ਚੰਦ ਜੀ ਉਹਨਾਂ ਪੁੱਤਰ ਨੂੰ ਕੋਲ ਬੁਲਾਇਆ ਹੈ। ਆਗਿਆ ਦੀਨੀ ਸੌਜ ਮੰਗਾਈ। ਤੇ ਮਹਾਰਾਜ ਨੇ ਆਗਿਆ ਦੇਤੀ, ਜੋ ਜੋ ਸਮੱਗਰੀ ਕਿਹਾ ਉਹ ਮਹਾਰਾਜ ਨੇ ਸਾਰੀ ਸੌਜ ਦਾ ਭਾਵ ਸਮੱਗਰੀ ਮੰਗਵਾ ਲਈ। ਆਇਸ ਪਾਏ ਸਧਾਰਨ ਜਾਈ। ਤੋ ਆਗਿਆ ਪਾ ਕੇ ਭਾਈ ਸਧਾਰਨ ਜੀ ਨੇ ਜਾ ਕਰ ਨਿਸ ਬੀਤੀ ਜਹ ਕਹੇ ਗੁਸਾਈ। ਰਾਤ ਜਦੋਂ ਬੀਤ ਗਈ, ਜਿਸ ਤਰ੍ਹਾਂ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਸਧਾਰਨ ਜੀ ਨੂੰ, ਅਦਕ ਪ੍ਰੀਤ ਔਰ ਬਹੁ ਕਰ ਦੀਨਾ। ਤੇ ਬਹੁਤ ਪ੍ਰੀਤੀ ਦੇ ਨਾਲ ਬੌਕਰ ਨਾਮ ਝਾੜੂ ਦਾ ਹੈ। ਭਾਈ ਬੌਕਰ ਜਿਹੜਾ ਹੈ ਉਹ ਫੇਰਿਆ ਹੈ। ਸਰਬ ਸਦਨ ਪੁਨ ਲੀਪਨ ਕੀਨਾ। ਤੇ ਸਾਰੇ ਘਰ ਨੂੰ ਫਿਰ ਲੀਪਨ ਕੀਤਾ, ਲਿਪਾ ਪੋਚੀ ਕੀਤੀ ਹੈ। ਊਰਦ ਤਰੈ ਸਵੱਛ ਕਰ ਸਾਰੇ। ਉੱਪਰ ਹੇਠਾਂ ਸਾਰਾ ਸਵੱਛ ਕਰਕੇ ਗਇਓ ਬਹੁਰ ਜਹ ਮੋਖ ਉਧਾਰੇ। ਫਿਰ ਉੱਥੇ ਚਲੇ ਗਏ ਹਨ ਜਿੱਥੇ ਮੁਕਤੀ ਦਾਤੇ ਸਤਿਗੁਰੂ ਬੈਠੇ ਨੇ। ਹਾਥ ਜੋੜ ਕੈ ਬਚਨ ਬਖਾਨਾ। ਹੱਥ ਜੋੜ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ। ਘਰ ਬਿਲੋਕ ਲੇਹੁ ਕਿਰਪਾ ਨਿਧਾਨਾ। ਹੇ ਕਿਰਪਾ ਦੇ ਨਿਧਾਨ ਖਜ਼ਾਨੇ ਸਤਿਗੁਰੂ ਜੀ, ਕਿਰਪਾ ਕਰੋ ਹੁਣ ਘਰ ਨੂੰ ਤੁਸੀਂ ਵੇਖ ਲਓ। ਹੋਇ ਜੇ ਨੂਨ ਤਾ ਤਿਸ ਮਹਿ ਕਹਿਵਾ।
ਅਗਰ ਮਹਾਰਾਜ ਕੋਈ ਉਹਦੇ ਵਿੱਚ ਜਿਵੇਂ ਤੁਸੀਂ ਕਿਹਾ ਸੀ ਉਸ ਮੁਤਾਬਕ ਅਗਰ ਸਾਡੇ ਤੋਂ ਕੋਈ ਊਣਤਾ ਹੀ ਰਹਿ ਗਈ, ਦੇਹੁ ਬਤਾਏ ਸੁਧਾਰੋਂ ਤਹਿਬਾ, ਤੇ ਉਹ ਮਹਾਰਾਜ ਮੈਨੂੰ ਤੁਸੀਂ ਦੱਸ ਦਿਓ, ਮੈਂ ਫੇਰ ਉਸ ਤਰ੍ਹਾਂ ਉਹਨੂੰ ਸੁਧਾਰ ਲਵਾਂ। ਸੁਨ ਕਰ ਉੱਠੇ ਕਿਰਪਾਲ ਵਿਸਾਲਾ, ਇਹ ਸੁਣ ਕਰਕੇ ਫਿਰ ਕਿਰਪਾਲੂ ਜੋ ਬੇਅੰਤ ਕਿਰਪਾ ਕਰਨ ਵਾਲੇ ਐ ਸਤਿਗੁਰੂ ਜੀ ਉੱਠੇ ਹਨ। ਔਰ ਉਚਰ ਬਨਾਈ ਪਿਖ ਧਰਮਸ਼ਾਲਾ, ਵੇਖਿਆ ਕਿ ਜਿਹੜੀ ਧਰਮਸਾਲ ਹੈ ਬਹੁਤ ਚੰਗੀ ਸੁੰਦਰ ਬਣਾ ਦਿੱਤੀ ਹੈ। ਪੁਸ਼ਪ ਕਪੂਰ ਆਦ ਮਹਿਕਾਏ, ਸੋਹਣੇ ਫੁੱਲ ਪੁਸ਼ਪ ਜਿਹੜੇ ਐ ਉਹ ਵਿਛਾਏ, ਕਪੂਰ ਇਤਿਆਦਿਕ ਦੇ ਨਾਲ ਉਸ ਨੂੰ ਮਹਿਕਾਇਆ ਹੈ। ਖੁਸ਼ੀ ਸਧਾਰਨ ਪਰ ਗੁਰ ਥਾਏ, ਤੇ ਗੁਰੂ ਪਾਤਸ਼ਾਹ ਮਹਾਰਾਜ ਜੋ ਭਾਈ ਸਧਾਰਨ ਜੀ ਦੇ ਉੱਤੇ ਬਹੁਤ ਖੁਸ਼ੀਆਂ ਕੀਤੀਆਂ। ਆਏ ਪੁੰਨ ਚੱਲ ਤਰ ਕੀ ਛਾਈ, ਫੇਰ ਮਹਾਰਾਜ ਜੀ ਫੇਰ ਭਾਈ ਚੱਲ ਤਰ ਪਿੱਪਲ ਦੇ ਦਰਖਤ ਹੇਠ ਫੇਰ ਆ ਗਏ ਹਨ। ਬੈਠੇ ਸਿੱਖਨ ਸਭਾ ਸੁਹਾਈ, ਤੇ ਉੱਥੇ ਭਾਈ ਸਿੱਖਾਂ ਦੇ ਵਿੱਚ ਬੈਠੇ ਤੇ ਸਭਾ ਸੋਭਦੀ ਹੈ। ਇਹ ਜੋ ਗੁਰੂ ਸਾਹਿਬ ਦੀ ਪ੍ਰਾਤਨ ਜਦੋਂ ਜਿਹੜੀ ਧਰਮਸਾਲ ਸੀ ਉਸ ਦੇ ਬਾਹਰ ਇਹ ਜਿਹੜਾ ਸੀਗਾ ਧਰਮਸਾਲ ਦੇ ਹਾਲ ਤੋਂ ਬਾਹਰ ਪਿੱਪਲ ਦਾ ਦਰਖਤ ਸੀ ਜਿੱਥੇ ਮਹਾਰਾਜ ਅਕਸਰ ਬੈਠਦੇ ਸਨ। ਹੋਤ ਕੀਰਤਨ ਨਾਮ ਪ੍ਰਤਾਪਾ, ਕੀਰਤਨ ਹੁੰਦਾ ਨਾਮ ਦਾ ਪ੍ਰਤਾਪ ਵੱਧਦਾ ਹੈ। ਜਿਹ ਸੁਨ ਮਿਟਈ ਤੀਨੋਂ ਤਾਪਾ, ਜਿਸ ਭਾਈ ਉਪਮਾ ਕੀਰਤਨ ਮਹਿਮਾ ਨੂੰ ਸੁਣ ਕਰਕੇ ਤਿੰਨੇ ਤਾਪ ਮਿਟ ਜਾਂਦੇ ਹਨ, ਆਦਿ ਵਿਆਧੀ ਉਪਾਧੀ। ਤੇ ਇਹਦੇ ਫਿਰ ਗੁਰਮੁਖਾਂ ਨੇ ਮਨ ਕਰਕੇ ਵੀ ਜਿਹੜੇ ਅਰਥ ਕੀਤੇ ਐ, ਸਰੀਰਕ ਤੌਰ ਤੇ ਵੀ ਤਿੰਨ ਤਾਪ ਹੈ ਤੇ ਮਨ ਦੇ ਤੌਰ ਤੇ ਵੀ ਤਿੰਨ ਤਾਪ ਹਨ। ਭਰੇ ਪ੍ਰੇਮ ਔਰ ਮੋਦ ਬਢਾਈ, ਔਰ ਪ੍ਰੇਮ ਵਿੱਚ ਭਰਿਆ ਹੋਇਆ ਹਿਰਦੇ ਵਿੱਚ ਬਹੁਤ ਖੁਸ਼ੀ ਵਧਾਉਂਦੇ ਹਨ। ਕੇਤਕ ਸੁਨਹਿ ਕਿਤਕ ਮੁਖ ਗਾਈ, ਕੋਈ ਭਾਈ ਗੁਰਸਿੱਖ ਮਾਈ ਭਾਈ ਬੈਠੇ ਸੁਣਦੇ ਐ ਤੇ ਕੁਝ ਗੁਰਮੁਖ ਪਿਆਰੇ ਜਿਹੜੇ ਆ ਉਹ ਗਾਇਨ ਕਰਦੇ ਹਨ। ਤੇ ਛਿਨ ਬੈਠੇ ਸੋਚ ਵਿਮੋਚਨ, ਉਸ ਸਮੇਂ ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਬੈਠੇ ਹਨ। ਸੁਨ ਤਿਉ ਮੰਦ ਕਮਲ ਦਲ ਲੋਚਨ, ਸੁਨ ਤਿਉ ਮੁੰਦ ਕਮਲ ਦਲ ਲੋਚਨ, ਤਿਉ ਮਹਾਰਾਜ ਸੁਣ ਰਹੇ ਐ ਜਿਹੜੇ ਭਾਈ ਅੱਖਾਂ ਨੇ ਜਿਵੇਂ ਕਮਲ ਦਾ ਫੁੱਲ ਦੀਆਂ ਪੱਤੀਆਂ ਬੰਦ ਹੋਈਆਂ, ਇਉਂ ਸਤਿਗੁਰੂ ਜੀ ਦੇ ਜਿਹੜੇ ਨੇਤਰ ਮੂੰਦੇ ਹੋਏ ਹਨ, ਭਾਵ ਕਮਲ ਦੇ ਪੱਤਿਆਂ ਵਾਂਗ ਵੀ ਥੋੜੇ ਜਿਹੇ ਨੇਤਰ ਜਿਹੜੇ ਆ ਉਹ ਖੁੱਲੇ ਆ ਤੇ ਸਤਿਗੁਰੂ ਇਸ ਤਰ੍ਹਾਂ ਅੱਖਾਂ ਜਿਹੜੀਆਂ ਹਨ ਉਹ ਮੁੰਦੀਆਂ ਨੇ। ਲੱਗੀ ਸਮਾਧ ਅਖੰਡ ਸਰੂਪਾ, ਸਮਾਧੀ ਲੱਗੀ ਆ ਆਪਣੇ ਨਿਰਾਕਾਰ ਸਰੂਪ ਵਿੱਚ ਜੋ ਅਖੰਡ ਸਰੂਪ ਹੈ, ਜਿਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ। ਜਿਹ ਤੇ ਜਾਣੇ ਆਨੰਦ ਅਨੂਪਾ, ਐਸੇ ਸਤਿਗੁਰੂ ਭਾਈ ਜਿਨ੍ਹਾਂ ਤੋਂ ਆਨੰਦ ਅਨੂਪ ਪਰਮੇਸ਼ਰ ਵਾਹਿਗੁਰੂ ਜਾਣਿਆ ਜਾਂਦਾ ਹੈ। ਸਗਰੇ ਅੰਗ ਅਡੋਲ ਰਹਾਏ, ਮਹਾਰਾਜ ਦੇ ਸਾਰੇ ਜਿਹੜੇ ਅੰਗ ਨੇ ਸਰੀਰ ਦੇ ਅਡੋਲ ਹਨ, ਭਾਵ ਕੋਈ ਵੀ ਅੰਗ ਸਤਿਗੁਰੂ ਜੀ ਦਾ ਹਿਲ ਚੁਲ ਨਹੀਂ ਰਿਹਾ। ਮਹਾਰਾਜ ਇਸ ਤਰ੍ਹਾਂ ਸਮਾਧੀ ਵਿੱਚ ਬੈਠੇ ਹਨ। ਚਤਰ ਮਹੂਰਤ ਜਬੈ ਬਿਤਾਏ, ਚਾਰ ਮਹੂਰ, ਚਾਰ ਘੜੀਆਂ ਜਾਂ 2 ਘੜੀਆਂ ਦਾ ਇੱਕ ਮਹੂਰਤ ਵੀ ਮੰਨਿਆ ਤੇ 4 ਭਾਵ 8 ਘੜੀਆਂ ਇਸ ਤਰ੍ਹਾਂ ਜਦੋਂ ਬਤੀਤ ਕੀਤੀਆਂ। ਬਿਕਸੇ ਤਬੈ ਰੁਚਰ ਜੁਗ ਲੋਚਨ, ਤਾਂ ਫਿਰ ਭਾਈ ਦੋਵੇਂ ਨੇਤਰ ਜਿਹੜੇ ਹਨ ਸੁੰਦਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਕੀਤੇ। ਬੋਲੇ ਬਾਣੀ ਬੰਦ ਮੇ
ਵਿਮੋਚਨ। ਬੰਧਨਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ ਫਿਰ ਬਾਣੀ ਬਚਨ ਕਹਿਣ ਲੱਗੇ, ਹੁਕਮ ਸਤ ਕਰ ਹੈ ਸੁਖ ਪਾਈ। ਤੇ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਜੋ ਹੁਕਮ ਹੈ ਉਹ ਸੱਤ ਹੈ। ਇਹ ਹੁਣ ਅਸੂਬਦੀ ਨੌਵੀਂ ਦਾ ਦਿਨ ਹੈ ਜਿੱਦੇ ਮਹਾਰਾਜ ਉਪਦੇਸ਼ ਦੇ ਰਹੇ ਆ। ਤੇ ਜਿਹੜਾ ਭਾਈ ਪਰਮੇਸ਼ਰ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ, ਮਹਾਰਾਜ ਕਹਿੰਦੇ ਕਿਉਂਕਿ ਸਤਿਗੁਰਾਂ ਨੇ ਜਦੋਂ ਗੁਰਤਾ ਗੱਦੀ ਬਖਸ਼ ਦਿੱਤੀ, ਸੰਕੇਤ ਦੇਤਾ, ਬਹੁਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਗਈਆਂ ਸੀ। ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਇਕੱਠ ਹੈ। ਮਹਾਰਾਜ ਕਹਿਣ ਲੱਗੇ ਵੀ ਭਾਈ ਗੁਰਸਿੱਖੋ ਮਾਈ ਭਾਈ, ਹੁਕਮ ਸਤ ਕਰ ਹੈ ਸੁਖ ਪਾਈ। ਜਿਹੜਾ ਕੋਈ ਪਰਮੇਸ਼ਰ ਦੇ ਹੁਕਮ ਨੂੰ ਸਤ ਕਰਕੇ ਮੰਨਦਾ ਹੈ ਉਹ ਸੁਖ ਪਾਉਂਦਾ ਹੈ। ਅੰਮ੍ਰਿਤ ਵੇਲੇ ਜੋਤ ਸਮਾਈ। ਤੇ ਮਹਾਰਾਜ ਕਹਿੰਦੇ ਭਾਈ ਹੁਣ ਅੰਮ੍ਰਿਤ ਵੇਲੇ ਜਿਹੜਾ ਸਾਡੀ ਜੋਤ ਸਮਾ ਜਾਵੇਗੀ, ਅਸੂਬਦੀ 10ਵੀਂ ਦਾ ਭਾਵ ਜਿਹੜਾ ਮੂਹਰੇ ਅੰਮ੍ਰਿਤ ਵੇਲਾ ਆਉਣਾ ਹੈ, ਇਹ 9ਵੀਂ ਵਾਲੇ ਦਿਨ ਦਾ ਉਪਦੇਸ਼ ਹੈ। ਕਰਹੁ ਹਰਖ ਕਛ ਸੋਕ ਨ ਠਾਨਹੁ। ਇਸ ਕਰਕੇ ਭਾਈ ਤੁਸੀਂ ਆਨੰਦ ਵਿੱਚ ਰਹਿਣਾ ਹੈ, ਹਰਖ ਖੁਸ਼ੀ ਆਨੰਦ, ਕੋਈ ਵੀ ਸੋਗ ਨਹੀਂ ਕਰਨਾ। ਨਿਰੰਕਾਰ ਭਾਣੋ ਮਿੱਠ ਮਾਨਹੁ। ਤੇ ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਸੁਨ ਅਸ ਬਚਨ ਮਿਰਦਲ ਜਗ ਗੁਰ ਕੇ। ਐਸੇ ਭਾਈ ਕੋਮਲ ਬਚਨ ਜਗਤ ਗੁਰੂ ਪਾਤਸ਼ਾਹ ਜੀ ਦੇ ਸਰਵਣ ਕੀਤੇ। ਸਿੱਖ ਕੇ ਲੋਚਨ ਜਲ, ਸਿੱਖ ਕੇ ਲੋਚਨ ਤੇ ਜਲ ਢੁਰ ਕੇ। ਜਿਹੜੇ ਸਿੱਖ ਨੇ ਜਾਂ ਇੱਥੇ ਸਿੱਖਣ ਕੇ ਲੋਚਨ ਜਲ ਢੁਰ ਕੇ, ਸਿੱਖਾਂ ਦੇ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਪਾਣੀ ਚੱਲ ਪਿਆ ਹੈ। ਸੁਨ ਸੁਨ ਮਾਨਸ ਆਵੈ ਧਾਈ। ਬੇਅੰਤ ਲੋਕ ਜਿੱਥੇ ਜਿੱਥੇ ਪਤਾ ਲੱਗਦਾ ਭੱਜੇ ਆਉਂਦੇ ਹਨ। ਦਰਸ਼ਨ ਕਰੈ ਜਨਮ ਫਲ ਪਾਈ। ਤੇ ਮਹਾਰਾਜ ਦੇ ਦਰਸ਼ਨ ਕਰਕੇ ਇਹ ਮਨੁੱਖਾ ਜਨਮ ਦੀ ਉੱਤਮਤਾ ਦਾ ਫਲ ਪ੍ਰਾਪਤ ਕਰਦੇ ਹਨ। ਕੇਤਕ ਅਸ ਪਾਰ ਹੋਏ ਅਸਵਾਰਾ। ਹੁਣ ਕੋਈ ਉਹ ਨੇ ਭਾਈ ਜਿਨ੍ਹਾਂ ਤੇ ਕੋਲੇ ਧਨ ਪਦਾਰਥ ਹੈ, ਉਹ ਭਾਈ ਅਸ ਨਾਮ ਘੋੜਿਆਂ ਦਾ, ਉਹ ਭਾਈ ਘੋੜਿਆਂ ਪਰ ਅਸਵਾਰ ਹੋ ਕਰਕੇ ਆਏ ਤਬਾਏ ਵਹੀਨ ਅਵਾਰਾ। ਦੇਰੀ ਛੱਡ ਕਰਕੇ ਭੱਜੇ ਹੀ ਆਉਂਦੇ ਨੇ, ਭਜਾਈ ਆਉਂਦੇ ਹਨ ਘੋੜਿਆਂ ਨੂੰ। ਚਾਰ ਵਰਨ ਹਿੰਦੂ ਅਰ ਤੁਰਕਾ। ਚਾਰੇ ਵਰਨ, ਉਹ ਭਾਵੇਂ ਕੋਈ ਹਿੰਦੂ ਹੈ ਜਾਂ ਕੋਈ ਭਾਈ ਤੁਰਕ ਹੈ, ਬ੍ਰਾਹਮਣ ਖੱਤਰੀ ਸੂਦ ਵੈਸ। ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ ਚੌਹਾਂ ਵਰਨਾਂ ਕੋ ਸਾਂਝਾ। ਇਹ ਸਾਰੇ ਹੀ ਵਰਨਾਂ ਨੂੰ ਮਹਾਰਾਜ ਦਾ ਉਪਦੇਸ਼ ਸਾਂਝਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ, ਕਿਉਂਕਿ ਜਿਹੜਾ ਨਾਮ ਹੈ ਇਹ ਕੋਈ ਵੀ ਜਪ ਲਵੇ। ਮਹਾਰਾਜ ਦੀ ਬਾਣੀ ਵਿੱਚ ਇਹ ਵੀ ਬਚਨ ਨੇ ਭਗਤ ਕਬੀਰ ਸਾਹਿਬ ਜੀ ਦੇ। ਕੋਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿੱਤ ਲਾਏ। ਕੋਈ ਹਰੀ ਦੇ ਨਾਮ ਨੂੰ ਚਿੱਤ ਲਾ ਕੇ ਗਾ ਲਵੇ ਤੇ ਕੋਈ ਭਾਈ ਚਾਹੇ ਸੁਣ ਲਵੇ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਭਗਤ ਕਬੀਰ ਸਾਹਿਬ ਕਹਿੰਦੇ ਇਹਦੇ ਵਿੱਚ ਕੋਈ ਸੰਸ਼ੇ ਵਾਲੀ ਸ਼ੰਕੇ ਵਾਲੀ ਗੱਲ ਨਹੀਂ। ਇਹ ਸਤ ਬਚਨ ਹੈ ਕਿ ਉਹ ਪ੍ਰਾਣੀ ਅੰਤ ਨੂੰ ਪਰਮ ਗਤੀ ਦੀ ਪ੍ਰਾਪਤੀ ਕਰ ਲਵੇਗਾ। ਇੱਥੇ ਵੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਬਚਨ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਚਾਰੇ ਵਰਨਾਂ ਨੂੰ ਮਹਾਰਾਜ ਦਾ ਉਪਦੇਸ਼ ਸਾਂਝਾ ਹੈ। ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਪਰਮੇਸ਼ਰ ਦੇ ਨਾਮ ਦੇ ਅਧਿਕਾਰੀ ਬਣਾਤੇ। ਕਿਉਂ ਕਰਕੇ ਕਿ ਪਰਮੇਸ਼ਰ ਦਾ ਨਾਮ ਜਪ ਕੇ ਸਭ ਦਾ ਹੁਣ ਭਲਾ ਕਰਨਾ ਹੈ। ਇਹ ਸਮੇਂ-ਸਮੇਂ ਤੇ ਹੁੰਦਾ ਹੈ। ਕੋਈ ਪਹਿਲੇ ਯੁੱਗਾਂ ਵਿੱਚ ਅਵਤਾਰੀ ਪੁਰਸ਼ ਆਏ, ਉਹਨਾਂ ਨੇ ਗੁਰਮੁਖੋ ਉਸ ਹਿਸਾਬ ਦੇ ਨਾਲ ਜਿਹੜਾ ਅਧਿਕਾਰ ਦਿੱਤੇ। ਇਸ ਜਿਹੜਾ
ਵਰਨਾ ਇਹਨੂੰ ਆਦਿ ਕਾਰਨ ਇਹਨੂੰ ਇਹਨੂੰ ਇਹ ਹੈ। ਫਿਰ ਕਿਉਂਕਿ ਸਮੇਂ ਦੇ ਨਾਲ ਸਭ ਕੁਝ ਸ੍ਰਿਸ਼ਟੀ ਨੂੰ ਚਲਾਉਣਾ ਹੈ। ਜਿਹੜਾ ਅਵਤਾਰੀ ਪੁਰਸ਼ ਹੁੰਦਾ ਹੈ ਉਹਦੇ ਅੰਦਰ ਕੋਈ ਭੇਦਤਾ ਵਾਲੀ ਗੱਲ ਨਹੀਂ ਹੁੰਦੀ। ਅਸਲ ਵਿੱਚ ਉਸ ਗੱਲ ਨੂੰ ਸਮਝ ਹੀ ਨਹੀਂ। ਅੱਜ ਕੱਲ੍ਹ ਬਹੁਤ ਐਸਾ ਜਿਹੜਾ ਹੈ ਉਹ ਪ੍ਰਚਾਰ ਵਿੱਚ ਕਿ ਦੂਸਰੇ ਨੂੰ ਨਿੰਦਣਾ, ਆਪਣੀ ਗੱਲ ਸਲਾਉਣੀ, ਇਹ ਨਹੀਂ ਹੈ ਸੋਭਾ ਦਿੰਦੀ। ਸਮੇਂ-ਸਮੇਂ ਜੋ ਅਵਤਾਰੀ ਪੁਰਸ਼ ਆਉਂਦਾ ਹੈ, ਜਿਹੜਾ ਗੁਰਮੁਖ ਹੋਇਆ ਹੀ ਅਵਤਾਰੀ ਪੁਰਸ਼, ਉਹ ਭਲਾ ਕਿਸੇ ਨੂੰ ਡੋਬਣ ਥੋੜੋ ਆ ਸਕਦਾ। ਆਇਆ ਤਾਂ ਉਹ ਤਾਰਨ ਵਾਸਤੇ ਹੀ ਹੈ। ਤੇ ਉਹਨੇ ਫਿਰ ਉਸ ਤਰ੍ਹਾਂ ਹੀ ਜਿਹਨੂੰ ਤਾਰਨਾ ਹੈ ਉਹੇ ਜੇ ਕਰਮ ਦਿੱਤੇ। ਇਹ ਭਾਈ ਤੁਸੀਂ ਆਹ ਕਰਮ ਕਰੋ, ਤੁਸੀਂ ਆਹ, ਤਾਂ ਕਰਕੇ ਜਿਹੜੀ ਇਹ ਬੁੱਧੀ ਹੈ ਜਿਹੜੀ ਇਹਦੇ ਵਿੱਚ ਉੱਤਮਤਾ ਆਵੇ। ਸਮਾਂ ਫਿਰ ਲੰਘਿਆ, ਜਦੋਂ ਕਲਯੁਗ ਦਾ ਸਮਾਂ ਆਇਆ। ਇਹ ਕਲੀ ਕਾਲ ਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਫਿਰ ਸੰਸਾਰ ਦੇ ਸਭ ਦਾ ਹੀ ਭਲਾ ਕਰਨ ਵਾਸਤੇ ਮਹਾਰਾਜ ਨੇ ਫਿਰ ਸਭ ਨੂੰ ਅਧਿਕਾਰੀ ਪੁਰਸ਼ ਬਣਾ ਕਰਕੇ ਨਾਮ ਦਾ ਉਪਦੇਸ਼ ਦਿੱਤਾ। ਪਹਿਲਾਂ ਐਸੀ ਨਹੀਂ ਸੀ, ਕਿਉਂਕਿ ਜਿਹੜੀ ਵੇਦ ਸਨਾਤਨ ਵੇਦ ਰੀਤਾਂ ਸਨ ਉਹਦੇ ਮੁਤਾਬਕ ਐਸਾ ਨਹੀਂ ਸੀ ਹੋ ਸਕਦਾ। ਜਿਵੇਂ ਭਗਤ ਰਾਮਾਨੰਦ ਜੀ ਭਾਵੇਂ ਬ੍ਰਹਮ ਗਿਆਨੀ ਪੁਰਸ਼ ਨੇ ਕਾਂਸੀ ਦੇ ਵਿੱਚ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਇਸ ਤਰ੍ਹਾਂ ਹੋਏ ਬਿਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਭਾਈ ਗੁਰਦਾਸ ਜੀ ਲਿਖਦੇ ਆ। ਤੇ ਭਗਤ ਕਬੀਰ ਜੀ ਦੇ ਮਨ ਵਿੱਚ ਵੀ ਇਹ ਭਾਵਨਾ ਹੋਈ ਕਿ ਜੋ ਬ੍ਰਹਮ ਗਿਆਨੀ ਗੁਸਾਈ ਰਾਮਾਨੰਦ ਜੀ ਹੈ ਉਹਨਾਂ ਨੂੰ ਗੁਰੂ ਧਾਰਨਾ ਚਾਹੀਦਾ। ਉਹ ਇਸ ਸਮੇਂ ਪੂਰੇ ਨੇ, ਪਰ ਉਹ ਜਾਣਦੇ ਸਨ ਕਿ ਜੋ ਵੇਦ ਰੀਤੀ ਦੇ ਮੁਤਾਬਕ ਉਹਨਾਂ ਮੈਨੂੰ ਉਪਦੇਸ਼ ਨਹੀਂ ਦੇਣਾ, ਕਿਉਂਕਿ ਮੈਂ ਸ਼ੂਦਰ ਵਿੱਚ ਆਉਂਦਾ ਹਾਂ, ਜੁਲਾਹੇ ਘਰ ਜਨਮ ਹੋਇਆ। ਤੇ ਇਹ ਜਾਣ ਕਰਕੇ ਫਿਰ ਭਗਤ ਕਬੀਰ ਸਾਹਿਬ ਜਿਹੜੇ ਹਨ ਉਹ ਜਿੱਥੋਂ ਦੀ ਇਸ਼ਨਾਨ ਕਰਨ ਜਾਂਦੇ ਸੀ ਸਵਾਮੀ ਰਾਮਾਨੰਦ, ਉੱਥੇ ਲੰਮੇ ਪੈ ਗਏ। ਤੇ ਜਦੋਂ ਸਵਾਮੀ ਰਾਮਾਨੰਦ ਜੀ ਲੰਘਣ ਲੱਗੇ, ਵੇਖਿਆ ਕੋਈ ਪੁਰਸ਼ ਪਿਆ ਹੈ ਤੇ ਆਪਣੇ ਪਵਿੱਤਰ ਚਰਨ ਦੇ ਨਾਲ ਹਿਲਾ ਕੇ ਕਹਿਤਾ, ਉਹ ਰਾਮ ਕੇ ਉੱਠ ਭਾਈ ਰਾਮ ਕਹਿ। ਤੇ ਭਗਤ ਕਬੀਰ ਸਾਹਿਬ ਜੀ ਨੇ ਉਸੇ ਨੂੰ ਹੀ ਗੁਰਮੰਤਰ ਬਣਾ ਲਿਆ। ਗੁਰੂ ਧਾਰਨ ਕਰਕੇ ਗੁਰਮੰਤਰ ਜਪਣਾ ਸ਼ੁਰੂ ਕਰ ਦਿੱਤਾ। ਤੇ ਫਿਰ ਜਿਹੜੇ ਸਵਾਮੀ ਰਾਮਾਨੰਦ ਸਨ, ਇਹ ਤਾਂ ਗੁਰਮੁਖੋ ਫਿਰ ਇਹ ਸਰਗੁਣ ਦੇ ਉਪਾਸ਼ਕ ਸੀ। ਭਾਵ ਕੋਈ ਆਕਾਰ ਬਣਾ ਕੇ ਸੁਰਤੀ ਵਿੱਚ ਜਾਂ ਉਹਦੀ ਪੂਜਾ ਕਰਦੇ ਸਨ। ਪਰਮੇਸ਼ਰ ਨੂੰ ਕਿਸੇ ਆਕਾਰ ਰੂਪ ਵਿੱਚ ਪੂਜਣਾ, ਉਹਨੂੰ ਕਿਹਾ ਜਾਂਦਾ ਸਰਗੁਣ, ਜੋ ਤ੍ਰੈ ਗੁਣਾ ਸਹਿਤ ਪੂਜਾ ਕਰਨੀ। ਭਗਤ ਕਬੀਰ ਸਾਹਿਬ ਵੀ ਫਿਰ ਸਰਗੁਣ ਦੇ ਉਪਾਸ਼ਕ ਬਣੇ। ਤੇ ਫਿਰ ਬ੍ਰਹਮ ਗਿਆਨਤਾ ਜਦੋਂ ਭਗਤ ਕਬੀਰ ਜੀ ਨੂੰ ਵੀ ਹੋ ਗਈ, ਇੱਕ ਦਿਨ ਸਵਾਮੀ ਰਾਮਾਨੰਦ ਜੀ ਦੇ ਕੋਲ ਬੈਠੇ ਸੀ। ਸਵਾਮੀ ਰਾਮਾਨੰਦ ਜੀ ਮਨ ਕਰਕੇ ਸਰਗੁਣ ਦੀ ਉਪਾਸ਼ਨਾ ਕਰਦੇ। ਜਿਵੇਂ ਇਹ ਹੁੰਦੀ ਹੈ, ਇੱਕ ਹੁੰਦੀ ਹੈ ਪ੍ਰਤੱਖ ਰੂਪ ਦੇ ਵਿੱਚ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੰਜੀ ਸਾਹਿਬ ਲਾਉਨੇ ਆ, ਫਿਰ ਗੁਰਮੁਖੋ ਗੱਦੇ ਲਾਉਣ, ਗਦੈਲਾ ਜਾਂ ਤੇ ਫਿਰ ਸਰਹਾਣੇ ਉੱਤੇ ਰਮਾਲਾ ਸਾਹਿਬ, ਇਸ ਤਰ੍ਹਾਂ ਆਪਾਂ ਸਾਰਾ ਲਾਉਨੇ ਆ ਨਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪੁਰਸ਼ ਆ ਉਹ ਸੁਰਤੀ ਕਰਕੇ ਵੀ ਲਾਉਂਦੇ ਆ। ਇਸ ਤਰ੍ਹਾਂ ਸੁਰਤੀ ਵਿੱਚ ਹੀ ਲੈ ਆਉਣਾ ਕਿ ਇਉਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਹੁਣ ਮੈਂ ਸਰਹਾਣੇ ਲਾਤੇ, ਹੁਣ ਰਮਾਲਾ ਲਾਤਾ, ਹੁਣ ਮੈਂ ਚੌਰ ਕਰ ਰਿਹਾ, ਸੁਰਤੀ ਅੰਦਰ। ਇਸੇ ਤਰ੍ਹਾਂ ਸਵਾਮੀ ਰਾਮਾਨੰਦ ਜੀ ਸੁਰਤੀ ਵਿੱਚ ਪਰਮੇਸ਼ਰ ਦਾ ਆਕਾਰ ਚਿਤਵ ਕੇ ਫਿਰ ਉਹ ਕਿਤੇ ਵਸਤਰ ਪਾਤੇ, ਫਿਰ ਫੁੱਲਾਂ ਦੀ ਜਿਹੜਾ ਇੱਕ ਕੰਠੀ ਗਲੇ ਵਿੱਚ ਪਾਉਂਦੇ, ਫਿਰ ਮੁਕਟ ਧਰਦੇ। ਤੇ ਭਗਤ ਕਬੀਰ ਸਾਹਿਬ ਜੀ ਬੈਠੇ, ਉਹ ਹੁਣ ਜਿਹੜਾ ਅੰਤਰਜਮ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਉਹ ਬੈਠੇ ਸਨ। ਸਵਾਮੀ ਰਾਮਾਨੰਦ ਜੀ ਇਉਂ ਪੂਜਾ ਕਰੀ ਗਏ ਤੇ ਸਾਰਾ ਕੁਝ ਸੁਰਤੀ ਕਰਕੇ ਉਸ ਆਕਾਰ ਦੀ ਅੱਖਾਂ ਬੰਦ ਕੀਤੀਆਂ। ਤੇ ਉਹ ਫਿਰ ਜਦੋਂ ਵਸਤਰ ਪਹਿਨਾ ਤੇ ਭੋਗ ਲਵਾਤਾ, ਫਿਰ ਉਹ ਜਿਹੜਾ ਸਿਰ ਦੇ ਉੱਤੋਂ ਦੀ ਪਾਉਣਾ ਸੀ ਹਾਰ, ਕੰਠਾ ਤੇ ਬੋਨਾ ਕੀ, ਜਿਹੜਾ ਗਲੇ ਦਾ ਸੀ ਇੱਕ, ਉਹ ਮਾਲਾ ਵਗੈਰਾ ਪਹਿਨਾਉਂਦੇ ਹੁੰਦੇ ਸੀ।
ਉਨੀ ਕੁ ਹੁੰਦੀ ਸੀ ਸਾਈਜ਼ ਉਹਦਾ। ਤੇ ਉਹ ਮੁਕਟ ਪਹਿਲਾਂ ਸੁਰਤੀ ਵਿੱਚ ਹੀ ਆ ਗਿਆ ਖਿਆਲ, ਤੇ ਪਹਿਲਾਂ ਮੁਕਟ ਪਹਿਨਾਤਾ, ਤੇ ਮੁਕਟ ਪਹਿਨਾ ਕੇ ਮਗਰੋਂ ਸੋਚੀ ਜਾਣ ਵੀ ਹੁਣ ਇਹ ਜਿਹੜਾ ਮਾਲਾ ਹੈ ਇਹਨੂੰ ਕਿਵੇਂ ਪਹਿਨਾਵਾਂ। ਇੱਕ ਵਾਰੀ ਮੁਕਟ ਪਹਿਨਾਤਾ, ਹੁਣ ਭਗਵਾਨ ਦਾ ਮੁਕਟ ਉਤਾਰਨਾ ਥੋੜੋ ਹੈ। ਇਉਂ ਸੁਰਤੀ ਜੀ ਸਾਰਾ ਕੁਝ। ਭਗਤ ਕਬੀਰ ਸਾਹਿਬ ਜੀ ਬੈਠੇ ਬੈਠੇ ਕਹਿਣ ਲੱਗੇ, ਸਵਾਮੀ ਜੀ ਵੀ ਮੁਕਟ ਉਤਾਰਨ ਦੀ ਤਾਂ ਲੋੜ ਨਹੀਂ, ਤੁਸੀਂ ਇਉਂ ਕਰੋ ਇਹਦੀ ਘੁੰਡੀ ਖੋਲ ਕੇ ਗਲ ਚ ਪਾ ਕੇ ਫਿਰ ਲਾ ਦਿਓ। ਇਹ ਸਵਾਮੀ ਰਾਮਾਨੰਦ ਕਹਿੰਦੇ, ਕੌਣ ਹੈ ਤੂੰ? ਕਹਿੰਦਾ ਜੀ ਮੈਂ ਕਬੀਰ ਹਾਂ। ਤੇ ਤੂੰ ਇੱਥੇ ਕਿਵੇਂ? ਕੌਣ ਗੁਰੂ ਆ? ਕਹਿੰਦਾ ਜੀ ਮੇਰੇ ਤੇ ਤੁਸੀਂ ਗੁਰੂ ਆ, ਤੁਹਾਡੇ ਕੋਲੋਂ ਹੀ ਗੁਰਮੰਤਰ ਲਿਆ। ਮੇਰੇ ਕੋਲੋਂ ਸਵਾਮੀ ਰਾਮਾਨੰਦ ਜੀ ਕਹਿੰਦੇ ਕਦੋਂ ਲੈ ਲਿਆ? ਵੇਦ ਰੀਤੀ ਮੁਤਾਬਕ ਤਾਂ ਇਸ ਤਰ੍ਹਾਂ ਮੈਂ ਦੇ ਨਹੀਂ ਸਕਦਾ ਜਿਹੜਾ ਗੁਰਮੰਤਰ ਹੈ। ਕਹਿੰਦੇ ਜੀ ਫਿਰ ਯਾਦ ਕਰੋ, ਤੁਸੀਂ ਹੀ ਬਖਸ਼ਿਸ਼ ਕੀਤਾ ਸੀ ਜਦੋਂ ਮੈਂ ਪਿਆ ਸੀ ਰਸਤੇ ਵਿੱਚ, ਤੁਸੀਂ ਇਹ ਗੱਲ ਕਹੀ, ਉੱਠੋ ਰਾਮ ਕੇ ਰਾਮ ਕਹਿ, ਤੇ ਮੈਂ ਉਹ ਗੁਰਮੰਤਰ। ਇੱਥੋਂ ਦੇਖੋ ਇੰਨੇ ਨੇ ਬ੍ਰਹਮ ਗਿਆਨ ਤਾਂ ਹਾਸਲ ਕਰ ਲਈ, ਪਰ ਰਹੇ ਭਗਤ ਕਬੀਰ ਸਾਹਿਬ ਵੀ ਫਿਰ ਸਰਗੁਣ ਦੇ ਪਾਸ਼ਕ। ਇਹ ਤਾਂ ਫਿਰ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਗਏ, ਇਹਨਾਂ ਸਾਰੇ ਭਗਤਾਂ ਨੂੰ ਉੱਥੇ ਮਿਲੇ ਤੇ ਫਿਰ ਜਾ ਕੇ ਨਿਰਗੁਣ ਦਾ ਉਪਦੇਸ਼ ਦਿੱਤਾ। ਫਿਰ ਸਵਾਮੀ ਰਾਮਾਨੰਦ ਜੀ ਨਾਲ ਵੀ ਵਿਚਾਰ ਹੋਈ, ਉਹ ਵੀ ਫਿਰ ਨਿਰਗੁਣ ਦੇ। ਫਿਰ ਉਹ ਜਿਹੜੀ ਨਿਰਗੁਣ ਦੀ ਉਪਾਸ਼ਨਾ ਦੇ ਵਿੱਚ ਉਪਮਾ ਕੀਤੀ ਬਾਣੀ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਨਿਰਗੁਣ ਦੀ ਉਪਾਸ਼ਨਾ, ਨਿਰਾਕਾਰ ਦੀ ਉਪਾਸ਼ਨਾ ਦਾ ਉਪਦੇਸ਼ ਦਿੱਤਾ। ਤੇ ਭਗਤ ਕਬੀਰ ਸਾਹਿਬ ਜੀ ਨੇ ਆਪ ਇਸ ਗੱਲ ਦੀ ਗਵਾਹੀ ਭਰੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਗੁਰੂ ਨਾਨਕ, ਦੇਖੋ ਉੱਥੇ ਫਿਰ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ, ਉਹ ਸਤਿਗੁਰ ਸੂਰਮਾ ਕਿਹਨੂੰ ਕਿਹਾ? ਭਗਤ ਕਬੀਰ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਮੇਰੇ ਐਸਾ ਫਿਰ ਤੀਰ ਮਾਰਿਆ, ਨਿਰਾਕਾਰ ਦੇ ਨਾਲ ਮੈਨੂੰ ਜੋੜਤਾ, ਸਰਗੁਣ ਤੋਂ ਅੱਗੇ ਨਿਰਗੁਣ ਦੀ ਉਪਾਸ਼ਨਾ ਵਿੱਚ ਲਾ ਦਿੱਤਾ। ਕਰੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਭਾਈ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ। ਗੱਲ ਚੱਲੀ ਸੀ ਚਾਰ ਵਰਨ ਹਿੰਦੂ ਔਰ ਤੁਰਕਾ। ਚਾਰੇ ਵਰਨ ਹਿੰਦੂ ਹੈ ਔਰ ਭਾਈ ਤੁਰਕ ਵੀ ਹਨ। ਆਵਹਿ ਚੱਲੇ ਕਰ ਜਸ ਗੁਰ ਕਾ, ਉਹ ਚੱਲੇ ਆ ਰਹੇ ਹਨ, ਸਾਰੇ ਆ ਰਹੇ ਗੁਰੂ ਸਾਹਿਬ ਦਾ ਜਸ ਕਰ ਰਹੇ ਨੇ। ਧਰਮਸਾਲ ਪੁਨ ਬੈਠ ਦਿਆਰਾ, ਤੇ ਧਰਮਸਾਲ ਵਿੱਚ ਫਿਰ ਬੈਠ ਕਰਕੇ ਦਿਆਲੂ ਸਤਿਗੁਰੂ ਜੀ। ਭਈ ਭੀੜ ਨਰ ਨਾਰ ਹਜ਼ਾਰਾ, ਬਹੁਤ ਭੀੜ ਇਕੱਠ ਹੈ, ਮਾਈ ਭਾਈ ਹਜ਼ਾਰਾਂ ਦੀ ਤਾਦਾਦ ਵਿੱਚ ਹਨ। ਸ੍ਰੀ ਮੁਖ ਸੋ ਅਸ ਆਇਸ ਹੋਈ, ਗੁਰੂ ਪਾਤਸ਼ਾਹ ਜੀ ਦੇ ਸੁਭਾਏਮਾਨ ਮੁਖ ਤੋਂ ਫਿਰ ਇਸ ਤਰ੍ਹਾਂ ਆਗਿਆ ਹੋਈ। ਦੇਗ ਆਹਾਰ ਅਚੈ ਸਭ ਕੋਈ, ਭਾਈ ਦੇਗ ਆਹਾਰ, ਭਾਈ ਲੰਗਰ ਪ੍ਰਸ਼ਾਦਾ ਜੋ ਵੀ ਹੈ ਉਹ ਸਾਰੇ ਤੁਸੀਂ ਛਕ ਲਓ। ਨੀਚ ਕੇ ਊਚ ਰੰਕ ਕਹਿ ਰਾਨ, ਭਾਵੇਂ ਕੋਈ ਨੀਚ ਹੈ ਭਾਵੇਂ ਕੋਈ ਊਚ ਹੈ, ਕੋਈ ਰੰਕ ਕੰਗਾਲ ਹੈ, ਕੋਈ ਰਾਣਾ ਭਾਵ ਰਾਜਾ ਹੈ। ਭੋਜਨ ਖਾਏ ਦੇਗ ਤੇ ਨਾਨਾ, ਉਹ ਭਾਈ ਲੰਗਰ ਦੇ ਵਿੱਚ ਸਭ ਤਰ੍ਹਾਂ ਦਾ, ਨਾਨਾ ਤਰ੍ਹਾਂ ਦਾ ਜੋ ਪਦਾਰਥ ਬਣੇ ਐ ਸਾਰੇ ਭਾਈ ਛਕੋ। ਆਪਣਾ ਕੋ ਨਾ ਕਰੈ ਪੁਰਿਆਈ, ਕਿਉਂਕਿ ਸੰਗਤਾਂ ਪਹਿਲਾਂ ਇਹੀ ਰੀਤੀ ਹੁੰਦੀ ਸੀ ਨਾ, ਸੰਗਤ ਆਉਣਾ, ਰਾਸ਼ਨ ਵੀ ਲਿਆਉਣਾ, ਸੰਗਤ ਜਦੋਂ ਆਉਂਦੀ ਭੋਜਨ ਤਿਆਰ ਵੀ ਕਰ ਲੈਂਦੇ ਸਨ। ਮਹਾਰਾਜ ਕਹਿੰਦੇ ਭਾਈ ਕੋਈ ਵੀ ਹੁਣ ਇੱਕੋ ਜਗ੍ਹਾ ਹੀ ਛਕ ਲਿਓ ਸਾਰੇ। ਪਹਿਲਾਂ ਹੀ ਸਾਰਾ ਪ੍ਰਬੰਧ ਮਹਾਰਾਜ ਨੇ ਕਰਾ ਲਿਆ ਸੀ ਕਿ ਕੋਈ ਆਪਣਾ ਹੋਰ ਵੱਖ-ਵੱਖ ਸੰਗਤਾਂ ਕੋਈ ਲਿਆਏ ਹਨ, ਇੱਕੋ ਜਗ੍ਹਾ ਪਾ ਦੋ ਰਾਸ਼ਨ, ਕੋਈ ਵੱਖਰਾ ਤਿਆਰ ਨਾ ਕਰੇ। ਸੁਣ ਸਿੱਖਨ ਸਭ ਹੂਨ ਸੁਨਾਈ, ਇਹ ਸੁਣ ਕਰਕੇ ਫਿਰ ਗੁਰੂ ਕੇ ਜਿਹੜੇ ਪ੍ਰਮੁੱਖ ਸਿੱਖ ਸਨ ਉਹਨਾਂ ਨੇ ਸਾਰਿਆਂ ਨੂੰ ਸੁਣਾ ਦਿੱਤਾ। ਏਕ ਸਹਿਸ ਦੋ ਸਹਿਸੈ ਟੋਲਾ, ਕੋਈ 1000 ਦਾ ਟੋਲਾ ਹੈ, ਕੋਈ 2000 ਦਾ ਸਹਿਸੈ, ਇਸ ਤਰ੍ਹਾਂ ਟੋਲੇ ਹਨ। ਆਵਹਿ ਦਰਸ਼ਨ ਕਰਹਿ ਅਮੁੱਲਾ,
ਇਉਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਐ। ਗੁਰੂ ਸਾਹਿਬ ਦੇ ਜਿਹੜੇ ਅਮੋਲਕ ਦਰਸ਼ਨ ਕਰ ਰਹੇ ਹਨ। ਜੈਕਾਰੇ ਸੁਰ ਉੱਚ ਅਲਾਵੈ, ਉੱਚੀ ਆਵਾਜ਼ ਦੇ ਵਿੱਚ ਜੈਕਾਰੇ ਬੁਲਾਉਂਦੇ ਹਨ, ਜੈ ਜੈਕਾਰ ਕਰਦੇ ਨੇ। ਸ੍ਰੀ ਨਾਨਕ ਗਾਵੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਉਂ ਕਹਿ ਰਹੇ ਹਨ। ਛਪੈ ਛੰਦ ਨੌਮੀ ਕੇ ਦਿਨ ਅਮਰ ਧਰੇ, ਨੌਮੀ ਕੇ ਦਿਨ ਅਮਰ। ਫਿਰ ਜਿਹੜਾ ਨੌਮੀ ਅਸੂਬਦੀ ਨੌਮੀ ਦਾ ਦਿਨ ਸੀ, ਉਸ ਦਿਨ ਅਮਰ ਨਾਮ ਦੇਵਤਿਆਂ ਦਾ, ਜਿਹੜੇ ਦੇਵਤੇ ਐ ਧਰੇ ਮਾਨਖ ਤਨ ਆਏ, ਉਹ ਮਨੁੱਖਾ ਤਨ ਧਾਰ ਕੇ ਉਹ ਵੀ ਆ ਗਏ। ਸ਼ਿਵ ਬਿਰੰਚ ਹਰ ਸੰਗ, ਸ਼ਿਵ ਤੇ ਬਿਰੰਚ ਨਾਮ ਬ੍ਰਹਮੇ ਦਾ, ਹਰ ਨਾਮ ਇੱਥੇ ਭਾਈ ਵਿਸ਼ਨੂੰ ਜੀ ਦਾ ਹੈ। ਇਉਂ ਸ਼ਿਵ ਭਗਵਾਨ, ਬ੍ਰਹਮਾ ਔਰ ਵਿਸ਼ਨੂੰ ਭਗਵਾਨ ਸਾਰੇ ਹੀ। ਇੰਦਰ ਅਲਕਿੰਦਰ ਸੁਹਾਏ, ਫਿਰ ਇੰਦਰ ਕੀ ਅਲਕਿੰਦਰ ਨਾਮ ਕੁਬੇਰ ਦਾ ਹੈ। ਇਹ ਵੀ ਸਾਰੇ ਆ ਕੇ ਸ਼ੋਭਦੇ ਹਨ। ਬ੍ਰਹਸਪਤ ਜਲਪਤ ਨਾਥ ਪਤ, ਫਿਰ ਭਾਈ ਬ੍ਰਹਸਪਤੀ ਜੋ ਹੈ ਜਲਪਤੀ, ਜਲ ਦਾ ਜਿਹੜਾ ਪਤੀ ਦੇਵਤਾ ਹੈ। ਨਾਥ ਪਤ ਇਉਂ ਮਾਲਕ, ਨਾਥ ਮਾਲਕ ਜਿਹੜਾ ਹੈ ਸਾਰੇ ਵੱਖ-ਵੱਖ ਦੇਵਤਿਆਂ ਦੇ। ਇਹ ਉੱਡਪਤ ਸਭ ਹੀ, ਇਹ ਨਾਮ ਹੈ ਜਿਹੜਾ ਧਰਤੀ ਦਾ, ਤੇ ਉੱਡਪਤ ਆਕਾਸ਼। ਸਾਰੀ ਜਗ੍ਹਾ ਤੇ ਵਸਣ ਵਾਲੇ ਜਿੰਨੇ ਵੀ ਦੇਵੀ ਦੇਵ ਸਭ ਪਹੁੰਚੇ। 33 ਕੋਟ ਸਮੂਹ ਆਨ, 33 ਕਰੋੜ ਸਾਰੇ ਹੀ ਮਨੁੱਖਾ ਰੂਪ ਧਾਰ ਕੇ ਆ ਗਏ। ਪਹੁੰਚਤ ਭੇ ਤਬ ਹੀ, ਉਹ ਵੀ ਭਾਈ ਪਹੁੰਚ ਗਏ ਹਨ। ਪੁਨ ਚਤਰ ਵੇਦ ਨਿਜ ਰੂਪ ਧਰ, ਫਿਰ 4 ਵੇਦ ਵੀ ਆਪਣਾ ਰੂਪ ਧਾਰ ਕੇ ਪ੍ਰਗਟ ਭਏ ਕਰਤਾਰਪੁਰ, ਉਹ ਵੀ ਕਰਤਾਰਪੁਰ ਆ ਕੇ ਪ੍ਰਗਟ ਹੋ ਗਏ। ਮਿਲ ਅਨਕ ਭਾਂਤ ਉਸਤਤ ਭਨੈ, ਇਉਂ ਮਿਲ ਕੇ ਭਾਈ ਅਨੇਕਾਂ ਤਰ੍ਹਾਂ ਨਾਲ ਸਾਰੇ ਉਸਤਤੀ ਕਰਦੇ ਹਨ। ਅਤ ਉਤ ਸਭ ਕਰ ਹਰਖ ਔਰ, ਇਉਂ ਬਹੁਤ ਵੱਡਾ ਉਤਸਵ ਖੁਸ਼ੀ ਹਿਰਦੇ ਵਿੱਚ ਭਰ ਕੇ ਕਰ ਰਹੇ ਹਨ। ਚੌਪਈ ਸਪਤ ਰਿਖੀ ਭੀ ਤਹਿ ਛਨ ਆਏ, ਪ੍ਰਮੁੱਖ 7 ਰਿਖੀ ਨੇ, ਉਹ ਵੀ ਉਸ ਸਮੇਂ ਆ ਗਏ। ਭਗਤ ਕਬੀਰ ਆਦ ਸਮੁਦਾਏ, ਸਾਰੇ ਦਰਸ਼ਨ ਕਰਨ ਆ ਰਹੇ ਹੈ। ਭਗਤ ਕਬੀਰ ਸਾਹਿਬ ਇਤਿਆਦਿਕ ਸਾਰੇ ਭਗਤ ਵੀ, ਉਹ ਵੀ ਭਾਈ ਦਰਸ਼ਨ ਕਰਨ ਵਾਸਤੇ ਰੂਹਾਂ ਪਹੁੰਚ ਗਈਆਂ। ਛਿਨਮ ਕੋਟ ਸ਼ਕਤੀ ਇਛ ਧਾਰੀ, 96 ਕਰੋੜ ਦੇਵੀ ਵੀ ਆਪਣਾ ਇਸ ਤਰ੍ਹਾਂ ਉਹ ਵੀ ਭਾਈ ਮਹਾਰਾਜ ਦੇ ਦਰਸ਼ਨ ਕਰਨ ਸਾਰੇ ਆਕਾਸ਼ਾਂ, ਕੋਈ ਧਰਤੀ ਤੇ ਕੋਈ ਆਕਾਸ਼ ਵਿੱਚ ਹੈ, ਸਭ ਰੂਹਾਂ ਆ ਗਈਆਂ ਇੱਛਾ ਧਾਰ ਕੇ। ਦਰਸ਼ਨ ਹਿਤ ਆਈ ਸੁਖਕਾਰੀ, ਦਰਸ਼ਨ ਕਰਨ ਵਾਸਤੇ ਸੁੱਖਾਂ ਦੇ ਦਾਤੇ ਦੇ ਸਭ ਪਹੁੰਚ ਗਏ। ਸ੍ਰੀ ਅੰਗਦ ਭੀ ਤਹਿ ਛਨ ਆਏ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਉਸ ਸਮੇਂ ਆ ਗਏ। ਦਰਸ਼ਨ ਪਰਸੇ ਅਤ ਸੁਖ ਪਾਏ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਐ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਤੇ ਅਤਿਅੰਤ ਸੁਖ ਪਾਇਆ ਹੈ। ਜੇ ਮੁਲਤਾਨ ਮਦੀਨੇ ਮਾਹੀ, ਫਿਰ ਮਹਾਰਾਜ ਦੇਖੋ ਬਹੁਤ ਦੂਰ ਦੂਰ ਤੱਕ ਗੁਰਮੁਖ ਹੋ ਗਏ ਐ। ਜਿੱਥੇ ਦੇਖੋ ਮੁਲਤਾਨ ਤੋਂ, ਮਦੀਨੇ ਤੋਂ ਹੀ ਮੱਕੇ ਪੀਰ ਜੋ ਸ਼ਕਤ ਤਰਾਹੀ, ਔਰ ਮੱਕੇ ਦੇ ਸਾਰੀ ਮੁਲਤਾਨ, ਮਦੀਨਾ, ਮੱਕਾ, ਇੱਥੋਂ ਦੇ ਜਿਹੜੇ ਵੱਡੇ ਵੱਡੇ ਸ਼ਕਤੀਆਂ ਧਾਰਨ ਵਾਲੇ ਐ, ਵੱਡੇ ਚੰਗੇ ਸ਼ਕਤੀਆਂ ਵਾਲੇ ਪੀਰ ਹਨ, ਉਹ ਵੀ ਪਹੁੰਚੇ ਹਨ। ਭੀਰ ਪ੍ਰਭੂ ਕੇ ਭਈ ਚੁਫੇਰੇ, ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਚਾਰੇ ਪਾਸੇ ਬਹੁਤ ਇਕੱਠ ਹੋ ਗਿਆ ਹੈ। ਬੰਦਹਿ ਜਾਣੈ ਭਾਗ ਬਡੇਰੇ,
ਮਹਾਰਾਜ ਨੂੰ ਬੰਦਨਾ ਕਰਦੇ ਐ ਤੇ ਇਹ ਜਾਣਦੇ ਨੇ ਕਿ ਸਾਡੇ ਤਾਂ ਵੱਡੇ ਭਾਗ ਹਨ। ਜਨਮ ਹਮਾਰੋ ਸਫਲ ਹੋਵਾ, ਇਹ ਜਾਣਦੇ ਨੇ ਕਿ ਸਾਡਾ ਜਨਮ ਸਫਲ ਹੋ ਗਿਆ ਹੈ ਮਹਾਰਾਜ ਦੇ ਦਰਸ਼ਨ ਕਰਕੇ। ਜਗ ਗੁਰ ਕੋ ਇਸ ਛਿਨ ਮਹਿ ਜੋਵਾ, ਕਿਉਂਕਿ ਜਗਤ ਗੁਰੂ ਜੀ ਨੂੰ ਇਸ ਸਮੇਂ ਦੇ ਵਿੱਚ ਅਸੀਂ ਮਹਾਰਾਜ ਦੇ ਦਰਸ਼ਨ ਕਰ ਲਏ। ਗੁਰੂ ਮਹਾਰਾਜ ਦੇ ਜਿਹੜੇ ਦਰਸ਼ਨ ਹੈ ਗੁਰਮੁਖੋ ਜਦ ਵੀ ਕਰੀਏ ਉਹ ਸਫਲੇ ਹੈ। ਪਰ ਇਹ ਵੀ ਨਾਲ ਨਾਲ ਇਸੇ ਗੁਰਮੁਖ ਪੁਰਸ਼ ਜਦੋਂ ਅਸੀਂ ਵਿਦਿਆ ਪੜ੍ਹਦੇ ਸੀ, ਉਹ ਗੁਰਮੁਖ ਨੇ ਜਿਹਨੇ ਸੰਥਿਆ ਕਰਾਈ, ਉਹਨੇ ਇੱਕ ਭੇਦ ਦੱਸਿਆ ਸੀ। ਇਹ ਹੁਣ ਗੱਲ ਆ ਗਈ ਵਿੱਚ ਤੇ ਸ਼ਾਇਦ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੱਲ, ਤੇ ਤੁਸੀਂ ਵੀ ਇਹ ਪੱਲੇ ਬੰਨਣੀ ਹੈ। ਕੋਈ ਭਰਮ ਨਹੀਂ ਕਰਨਾ, ਕੋਈ ਵਹਿਮ ਨਹੀਂ। ਠੀਕ ਹੈ, ਟੀਕਾ ਟਿੱਪਣੀ ਕਰਨ ਵਾਲੇ ਉਹ ਆਪਦੀ ਉਹਨਾਂ ਦੀ ਖੁਸ਼ੀ ਹੈ। ਉਹ ਕਹਿੰਦੇ ਵੀ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦਾ ਨਾ, ਉਸ ਸਮੇਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਬਹੁਤ ਵੱਡੇ ਫਲ ਦੀ ਪ੍ਰਾਪਤੀ ਹੈ। ਕਿਉਂਕਿ ਗੁਰੂ ਸਾਹਿਬ 48 ਘੰਟੇ ਇੱਕ ਰਸ ਬੈਠਦੇ ਨੇ। ਮਹਾਰਾਜ ਲਗਾਤਾਰ ਜਿਵੇਂ ਸਮਾਧੀ ਸਥਿਤ ਹੋਏ ਹੁੰਦੇ ਆ। ਉਸ ਸਮੇਂ ਹੁਣ ਆਪਾਂ ਜਿਵੇਂ ਗੁਰੂ ਸਾਹਿਬ ਦਾ ਸਵੇਰੇ ਪ੍ਰਕਾਸ਼ ਕਰ ਲਿਆ, ਫਿਰ ਸੁਖਾਸਣ ਵੀ ਕਰਦੇ ਆ, ਇਹਨੇ ਅਖੰਡ ਪਾਠ ਸਾਹਿਬ ਹੈ, ਫਿਰ ਲਗਾਤਾਰ ਦੇਖੋ 48 ਘੰਟੇ ਲਗਾਤਾਰ ਪਾਠ ਹੁੰਦਾ ਨਾ, ਤੇ ਉਦੋਂ ਮਹਾਰਾਜ ਐਨ ਇੱਕ ਰਸ ਅਖੰਡ ਸਮਾਧੀ 'ਚ ਹੁੰਦੇ ਆ। ਤੇ ਉਸ ਸਮੇਂ ਦਰਸ਼ਨ ਕਰੀਏ ਤਾਂ ਮਹਾਰਾਜ ਦੇ ਜਦੋਂ ਵੀ ਕਰੋ ਬਹੁਤ ਵੱਡਾ ਇਹ ਸਮਝਣਾ ਹੈ ਗੱਲ। ਪਰ ਉਸ ਸਮੇਂ ਉਹ ਗੁਰਮੁਖਾਂ ਨੇ ਕਹਿਣਾ ਭਾਈ ਬਹੁਤ ਵੱਡੇ ਫਲ ਦੀ ਪ੍ਰਾਪਤੀ ਹੈ ਜਦੋਂ ਉਸ ਅਖੰਡ ਪਾਠ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ। ਤੇ ਇਸ ਕਰਕੇ ਬਹੁਤ ਵੱਡੇ ਭਾਗਾਂ ਵਾਲੇ ਮਾਈ ਭਾਈ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਮੁਖੋ ਇਹ ਕਿਰਪਾ ਹੁੰਦੀ ਹੈ। ਇਹਦੇ ਵਿੱਚ ਕੋਈ ਵੀ ਤੁਸੀਂ ਭਰਮ ਨਹੀਂ ਕਰਨਾ ਸੁਣਨ ਵਾਲਿਆਂ ਨੇ, ਤੇ ਗੁਰੂ ਮਹਾਰਾਜ ਮਿਹਰ ਕਰਦੇ ਆ। ਸਤਿਗੁਰੂ ਜੀ ਦੀ ਆਪਾਂ ਦਰਸ਼ਨ ਕਰਨੇ, ਸੇਵਾ ਕਰਨੀ। ਉਸ ਸਮੇਂ ਇਉਂ ਜਾਣ ਰਹੇ ਹਨ, ਜਗ ਗੁਰ ਕੋ ਇਸ ਛਿਨ ਮਹਿ ਜੋਵਾ, ਕਿਉਂਕਿ ਦਰਸ਼ਨ ਤੇ ਪਹਿਲਾਂ ਵੀ ਇਸ ਸਮੇਂ ਇਸ ਛਿਨ ਵਿੱਚ ਜਿਹੜਾ ਆ ਕੇ ਦਰਸ਼ਨ ਕਰ ਲਏ ਨਾ ਮਹਾਰਾਜ ਦੇ, ਉਸ ਸਮੇਂ। ਕਿਉਂਕਿ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਦੇ ਵੀ ਇਤਿਹਾਸ ਵਿੱਚ ਆਉਂਦਾ ਹੈ, ਸਰੀਰ ਦਿਸੀ ਜਾਵੇ, ਜਦੋਂ ਕੋਈ ਚਰਨਾਂ ਨੂੰ ਫੜਨ ਦੀ ਕੋਸ਼ਿਸ਼ ਕਰੇ ਉਹ ਹੱਥ 'ਚ ਨਹੀਂ ਸੀ ਆਉਂਦੇ। ਇਹ ਵੀ ਇੱਕ ਖੇਡ ਹੈ ਮਹਾਰਾਜ ਦੀ, ਦੱਸਣਾ ਹੈ ਭਾਈ ਅਸੀਂ ਸਰੀਰ ਨਹੀਂ ਹਾਂ, ਅਸੀਂ ਨਿਰੰਕਾਰ ਰੂਪ ਨਿਰਾਕਾਰ ਰੂਪ ਹੀ ਹਾਂ। ਤੋ ਫਿਰ ਉਸ ਸਮੇਂ ਜਿਹੜੇ ਹਨ ਜਗ ਗੁਰ ਕੋ ਇਸ ਛਿਨ ਮੈਂ ਜੋਵਾ, ਉਹ ਸਮਝਦੇ ਨੇ ਕਿ ਜਨਮ ਹਮਾਰੋ ਸਫਲਾ ਹੋਵਾ, ਜਗ ਗੁਰ ਕੋ ਇਸ ਛਿਨ ਮੈਂ। ਇਸ ਸਮੇਂ ਅਸੀਂ ਜਗਤ ਗੁਰੂ ਜੀ ਦੇ ਜੋ ਦਰਸ਼ਨ ਕਰ ਲਏ, ਤੇ ਛਿਨ ਸ੍ਰੀ ਸੁਲੱਖਣੀ ਆਈ। ਉਸ ਸਮੇਂ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਵੀ ਆ ਗਏ। ਬੰਦਨ ਕਰ ਪਗ ਪਰ ਸਿਰ ਨਾਈ, ਬੰਦਨਾ ਕੀਤੀ, ਗੁਰੂ ਸਾਹਿਬ ਦੇ ਚਰਨਾਂ ਤੇ ਸਿਰ ਨਿਵਾਇਆ ਹੈ। ਬਹੁਰੋ ਚਾਰ ਪ੍ਰਦਖਣਾ ਦੀਨੀ, ਫਿਰ ਭਾਈ 4 ਪ੍ਰਕਰਮਿਆਂ ਕੀਤੀਆਂ ਹਨ। ਨਿਕਟ ਬੈਠ ਚਿੰਤਾ ਮਨ ਭੀਨੀ, ਤੇ ਇਉਂ ਕੋਲ ਬੈਠ ਗਏ ਮਨ ਚਿੰਤਾ ਵਿੱਚ ਭਿੱਜਿਆ ਹੈ। ਪਿਖ ਅਧੀਨ ਕਰਨਾ ਰਸ ਖਾਨੀ, ਤੇ ਇਉਂ ਅਧੀਨਤਾ ਵਿੱਚ ਭਾਵ ਅਧੀਨਤਾ ਜੀ ਵਿੱਚ ਦੇਖ ਕਰਕੇ ਕਰਨਾ ਰਸ ਖਾਨੀ, ਕਰੁਣਾ ਕਿਰਪਾ ਰਸ ਦੀ ਖਾਣ ਸਤਿਗੁਰੂ ਜੀ। ਨਿਜ ਮਹਿਲਾ ਸੰਗ ਬੋਲੇ ਬਾਣੀ, ਆਪਣੀ ਮਹਿਲਾ ਦੇ ਨਾਲ ਭਾਵ ਆਪਣੀ ਸੁਪਤਨੀ ਮਾਤਾ ਸੁਲੱਖਣੀ ਜੀ ਨੂੰ ਬਚਨ ਕਹੇ। ਹੇ ਸੁਮਤੇ ਜੋ ਚਿਤ ਤੁਮ ਚਾਹੀ, ਐ ਸ੍ਰੇਸ਼ਟ ਮਤ ਵਾਲੀਏ ਜੋ ਤੇਰੇ ਚਿੱਤ ਵਿੱਚ ਚਾਹਨਾ ਹੈ। ਦੇਹੁ ਤੁਮੈ ਨਹਿ ਬਿਲਮ ਲਗਾਹੀ, ਉਹ ਤੂੰ ਕਹਿ ਹੁਣੇ ਹੀ ਤੈਨੂੰ ਬਖਸ਼ਿਸ਼ ਕਰ ਦਿੰਨੇ ਆ, ਦੇਰ ਨਹੀਂ ਲੱਗੇਗੀ। ਕਹਿ ਸ੍ਰੀ ਚੋਣੀ ਜੁਗ ਕਰ ਜੋਰੀ, ਤਾਂ ਸ੍ਰੀ ਚੋਣੀ, ਚੋਣਾ ਗੋਤ ਸੀ
ਖੱਤਰੀਆਂ ਦਾ ਗੋਤ। ਇਸ ਕਰਕੇ ਇਹ ਗ੍ਰੰਥਕਾਰ ਚੋਣੀ ਮਹਾਰਾਜ ਵੀ ਕਹਿੰਦੇ ਸੀ, ਹੇ ਚੋਣੀ, ਇਸ ਤਰ੍ਹਾਂ ਵੀ ਨਾਂ ਲੈ ਦਿੰਦੇ ਸਨ। ਮਾਤਾ ਸੁਲੱਖਣੀ ਦੋਵੇਂ ਹੱਥ ਜੋੜੇ ਕਹਿਣ ਲੱਗੀ, ਹੇ ਮਾਮਨਾਥ ਅਰਜ ਇੱਕ ਮੋਰੀ। ਹੇ ਮੇਰੇ ਮਾਲਕ, ਮੇਰੀ ਇੱਕ ਬੇਨਤੀ ਹੈ, ਗੁਰਤਾ ਦੀਨੀ ਅੰਗਦ ਤਾਈ। ਕਿ ਜੋ ਗੁਰਤਾ ਗੱਦੀ ਹੈ ਉਹ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਤੁਸੀਂ ਬਖਸ਼ਿਸ਼ ਕਰ ਦਿੱਤੀ। ਤੁਮਰੇ ਸੁੱਤ ਕਸ ਕਰੈ ਨਿਰਬਾਹੀ। ਹੁਣ ਸੰਗਤਾਂ ਤਾਂ ਸਾਰਾ ਧਨ ਨਮਸਕਾਰ ਉਹਨਾਂ ਨੂੰ ਕਰਨਗੀਆਂ, ਤੁਹਾਡੇ ਪੁੱਤਰ ਜਿਹੜੇ ਹਨ ਉਹ ਕਿਵੇਂ ਨਿਰਬਾਹ ਕਰਨਗੇ। ਨਾਮ ਲਾਜ ਤੁਮ ਹੀ ਕੋ ਸਾਰੀ। ਤੇ ਕਹਿਣਗੇ ਤਾਂ ਇਹਨਾਂ ਨੂੰ ਇਹੀ ਕਿ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਸੁਪੁੱਤਰ ਨੇ, ਬੇਦੀ ਬੰਸ ਦੇ। ਇਸ ਕਰਕੇ ਇਹਨਾਂ ਦੇ ਨਾਮ ਦੀ ਲਾਜ ਤੁਹਾਨੂੰ ਹੀ ਹੈ ਸਭ। ਇਮ ਕਹਿ ਮੁਖ ਤੇ ਤੂਸਨ ਧਾਰੀ। ਇਸ ਤਰ੍ਹਾਂ ਕਹਿ ਕੇ ਮੁਖ ਤੋਂ ਚੁੱਪ ਧਾਰ ਲਈ ਹੈ। ਗੁਣ ਖਾਨੀ ਸੁਨ ਕਰਨਾ ਠਾਨੀ। ਗੁਣਾਂ ਦੀ ਖਾਣ ਸਤਿਗੁਰਾਂ ਨੇ ਸੁਣ ਕੇ ਫਿਰ ਇਹ ਕਿਰਪਾ ਠਾਣੀ ਹੈ। ਕਿਰਪਾ ਸਹਿਤ ਬੋਲੇ ਪਤਨੀ ਸੰਗ ਸੋਬਾਨੀ। ਸਤਿਕਾਰਯੋਗ ਮਾਤਾ ਸੁਲੱਖਣੀ ਜੀ ਨੂੰ ਫਿਰ ਇਹ ਬਚਨ ਬਾਣੀ ਕਹੇ ਹਨ ਦੋਹਰਾ। ਤੀਨ ਬਸਤ ਮਮ ਨਿਕਟ ਥੀ, ਗੁਰਤਾ ਗ੍ਰਸਤ ਉਦਾਸ। ਮਹਾਰਾਜ ਕਹਿੰਦੇ ਇੱਥੇ ਹੁਣ ਸਾਡੇ ਕੋਲੇ 3 ਵਸਤੂਆਂ ਸਨ। ਉਹਨਾਂ ਵਿੱਚੋਂ ਇੱਕ ਸੀ ਗੁਰਤਾ, ਦੂਜੀ ਸੀ ਉਦਾਸੀ ਤੇ ਤੀਜਾ ਸੀ ਗ੍ਰਸਤੀ ਜੀਵਨ। ਇਹ 3 ਜੋ ਸਨ, ਜਸ ਜਸ ਅਧਿਕਾਰੀ ਲਖੇ, ਤਸ ਤਸ ਦੀਨੀ ਤਾਸ। ਹੇ ਸੁਲੱਖਣੀ, ਅਸੀਂ ਜੋ ਵੀ ਉਹਦਾ ਅਧਿਕਾਰੀ ਜਾਣਿਆ, ਉਸ ਨੂੰ ਅਸੀਂ ਇਹ ਦਾਤਾਂ ਬਖਸ਼ ਦਿੱਤੀਆਂ। ਸੇਵਾ ਕੀ ਗੁਰਿਆਈ ਥੀ, ਜੋ ਸ੍ਰੀ ਅੰਗਦ ਹੈ ਦੀਨ। ਇਹ ਜਿਹੜੀ ਗੁਰਿਆਈ ਸੀ, ਇਹ ਸੇਵਾ ਭਾਵਨਾ ਵਿੱਚ ਸੇਵਕ ਨੂੰ ਮਿਲਣੀ ਸੀ, ਜੋ ਇਹ ਧੁਰੋਂ ਬਖਸ਼ਿਸ਼ ਹੈ। ਇਸ ਕਰਕੇ ਹੇ ਸੁਲੱਖਣੀ, ਜਿਹੜੀ ਗੁਰਤਾ ਗੱਦੀ ਹੈ ਉਹ ਫਿਰ ਅਸੀਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੂੰ ਬਖਸ਼ਿਸ਼ ਕਰ ਦਿੱਤੀ। ਵੇਖ ਉਦਾਸੀ ਕੋਹ ਤੋ, ਸੋ ਸ੍ਰੀ ਚੰਦੈ ਚੀਨ। ਜਿਹੜਾ ਹੈ ਸੁਲੱਖਣੀ ਉਦਾਸੀ ਭੇਖ ਸੀ, ਜੋ ਬਾਣਾ ਜਿਹੜਾ ਅਸੀਂ ਉਦਾਸੀਆਂ ਦੇ ਦੌਰਾਨ ਧਾਰਿਆ, ਉਹ ਦੇਖੋ ਅਸੀਂ ਆਪਣੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਨੂੰ ਜਾਣ ਕਰਕੇ ਉਹ ਬਖਸ਼ਿਸ਼ ਕਰ ਦਿੱਤਾ। ਤ੍ਰਿਤੀਏ ਹੁਤੋ ਗਰਸਤ ਢਿਗ, ਦਇਓ ਸੋ ਲਖਮੀ ਚੰਦ। ਤੀਜਾ ਸੀ ਗ੍ਰਸਤੀ। ਇਹ ਕਹਿਣ ਲੱਗੇ ਜੋ ਸਾਡੇ ਕੋਲ ਸੀ, ਇਹ ਅਸੀਂ ਆਪਣੇ ਛੋਟੇ ਪੁੱਤਰ ਲਖਮੀ ਚੰਦ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਭਾ ਕਾਰਜ ਅਬਿਰਾਮ ਅਤ, ਧਾਰੋ ਹਿਰਦੇ ਆਨੰਦ। ਇਸ ਕਰਕੇ ਸੁਲੱਖਣੀ ਤੂੰ ਫਿਕਰ ਨਾ ਕਰ, ਸਭ ਦਾ ਕਰਤਾਰ ਨੂੰ ਫਿਕਰ ਹੈ। ਭਾ ਕਾਰਜ ਅਬਿਰਾਮ, ਸਾਰੇ ਕਾਰਜ ਬੜੇ ਸੁੰਦਰਤਾ ਪ੍ਰੇਮ ਨਾਲ ਹੋਣਗੇ। ਤੂੰ ਆਪਣੇ ਹਿਰਦੇ ਅੰਦਰ ਆਨੰਦ ਧਾਰ ਲੈ। ਚੌਪਈ ਰਿੱਧ ਸਿੱਧ ਸਭ ਹੈ ਕੁਲ ਮਾਹੀ। ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਜਿੰਨੀਆਂ ਵੀ ਇਹ ਸਾਡੀ ਸਭ ਕੁਲ ਦੇ ਵਿੱਚ ਹੋਣਗੀਆਂ। ਪਾਟ ਧਨ ਅੰਨ ਤੋਟ ਕਬ ਨਾਹੀ। ਇਹ ਜਾਣ ਲੈ ਸੁਲੱਖਣੀ, ਤੂੰ ਪੁੱਤਰਾਂ ਦਾ ਫਿਕਰ ਕਰਦੀ ਹੈ, ਰਿੱਧੀਆਂ ਸਿੱਧੀਆਂ ਤਾਂ ਸਾਰੀ ਕੁਲ ਨੂੰ ਹੀ ਬਖਸ਼ਤੀਆਂ। ਮਹਾਰਾਜ ਕਹਿੰਦੇ ਇਹ ਪਾਟ ਵਸਤਰ ਧਨ ਮਾਇਆ ਅੰਨ ਤੋਟ ਕਬ ਨਾਹੀ, ਇਹਦਾ ਕਦੇ ਵੀ ਤੋਟਾ ਨਹੀਂ ਆਵੇਗਾ। ਗੁਰੂ ਪੀਰ ਕੇ ਜੋ ਹੈ ਸਵਾਨਾ। ਕਹਿਣ ਲੱਗੇ ਹੈ ਸੁਲੱਖਣੀ ਤੇ ਪੁੱਤਰ ਨੇ, ਕੋਈ ਮੇਰਾ ਸਿੱਖ ਹੈ, ਕਿਸੇ ਗੁਰੂ ਪੀਰ ਪੂਰਨ ਦਾ ਤਾਂ ਕੋਈ ਕੁੱਤਾ ਵੀ ਹੋਵੇ। ਤਿਨ ਕੋ ਮਾਨੈ ਜਗਤ ਮਹਾਨਾ, ਉਹਨੂੰ ਵੀ ਸਾਰਾ ਜਗਤ ਮੰਨਦਾ ਹੈ।
ਯਹ ਤੋ ਤਾਤ ਭਏ ਮੁਝ ਤਨ ਤੇ। ਇਹ ਤਾਂ ਮੇਰੇ ਤਨ ਤੋਂ ਅੱਗੇ ਮੇਰੇ ਪੁੱਤਰ ਪੈਦਾ ਹੋਏ ਹਨ। ਭੇਟਾ ਕਿਉਂ ਨਾ ਦੇਹੈ ਹਿਤ ਮਨ ਤੇ। ਭਲਾ ਇਹਨਾਂ ਨੂੰ ਕਿਉਂ ਨਹੀਂ ਕੋਈ ਪ੍ਰੇਮ ਨਾ ਮਨ ਵਿੱਚ ਪ੍ਰੇਮ ਕਰਕੇ ਭੇਟਾ ਦੇਵੇਗਾ। ਕਰਾਮਾਤ ਹੋਇ ਹੈ ਇਨ ਮਾਹੀ। ਇਹ ਸੁਲੱਖਣੀ ਇਹਨਾਂ ਦੇ ਵਿੱਚ ਵੀ ਬੜੀਆਂ ਕਰਾਮਾਤਾਂ ਹੋਣਗੀਆਂ। ਸਿੱਖ ਹਮਾਰੇ ਸਰਬ ਪੁਜਾਹੀ। ਸਾਡੇ ਸਿੱਖ ਸਾਰੇ ਇਹਨਾਂ ਦੀ ਪੂਜਾ ਕਰਨਗੇ। ਜਗਤ ਬਿਰਾਜ ਹੈ ਸਭ ਤੇ ਉੱਚੇ। ਇਹ ਜਗਤ ਵਿੱਚ ਸਭ ਤੋਂ ਉੱਚੇ ਬਿਰਾਜਣਗੇ। ਇਨ ਕੀ ਸਮਤਾ ਕੋ ਨ ਪਹੁੰਚੇ। ਇਹਨਾਂ ਦੀ ਬਰਾਬਰਤਾ ਕੋਈ ਸੰਸਾਰੀ ਨਹੀਂ ਪਹੁੰਚ ਸਕਦਾ। ਸ੍ਰੀ ਚੰਦ ਕਾ ਪੰਥ ਵਧੈ ਹੈ। ਇਹ ਸੁਲੱਖਣੀ ਵੱਡੇ ਪੁੱਤਰ ਸ੍ਰੀ ਚੰਦ ਦਾ ਪੰਥ ਵਧੇਗਾ। ਦਾਸ ਸੋ ਲਖਮੀ ਬੰਸ ਫਲੈ ਹੈ। ਤੇ ਲਖਮੀ ਚੰਦ ਦੀ ਅੱਗੇ ਬੰਸ ਬੰਸ ਫਲੇਗੀ। ਅਸ ਕਹਿ ਧੀਰਜ ਦੀਨ ਬਹੋਰੇ। ਇਸ ਤਰ੍ਹਾਂ ਭਾਈ ਫਿਰ ਧੀਰਜ ਦੇਣ ਦੇ ਕਰਕੇ ਫਿਰ ਤੂਸਨ ਭੇ ਸਿੱਖਨ ਸਿਰ ਮੋਰੇ। ਸਿੱਖਾਂ ਦੇ ਸਰਮੋਰ ਸਤਿਗੁਰੂ ਚੁੱਪ ਹੋ ਗਏ। ਸ੍ਰੀ ਅੰਗਦ ਪੁਨ ਸੁਤ ਤੇ ਕਾਲਾ। ਸ੍ਰੀ ਅੰਗਦ ਦੇਵ ਜੀ ਮਹਾਰਾਜ ਗੁਰੂ ਪਾਤਸ਼ਾਹ ਜੀ ਔਰ ਫਿਰ ਜਿਹੜੇ ਪੁੱਤਰ ਹਨ ਉਸ ਸਮੇਂ ਹਾਥ ਬੰਦ ਬੂਝਤ ਭੇ ਦਿਆਲਾ। ਸਭ ਨੇ ਹੱਥ ਜੋੜ ਕੇ ਦਿਆਲੂ ਸਤਿਗੁਰੂ ਜੀ ਨੂੰ ਪੁੱਛਿਆ। ਅੰਤਮ ਸੰਸਕਾਰ ਕਸ ਠੰਨ ਹੈ। ਮਹਾਰਾਜ ਜੋ ਸਰੀਰ ਦਾ ਅੰਤਮ ਸੰਸਕਾਰ ਹੈ ਉਹ ਕਿਸ ਤਰ੍ਹਾਂ ਕਰਨਾ ਹੈ। ਜਸ ਆਗਿਆ ਦੇਹੋ ਤਸ ਹਮ ਮੰਨ ਹੈ। ਜਿਵੇਂ ਮਹਾਰਾਜ ਤੁਸੀਂ ਆਗਿਆ ਦੇਵੋਗੇ ਉਸ ਤਰ੍ਹਾਂ ਹੀ ਅਸੀਂ ਮੰਨ ਲਵਾਂਗੇ। ਭੇ ਪ੍ਰਸੰਨ ਤਬ ਬਚਨ ਲਾਇਓ। ਫਿਰ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਬਚਨ ਕਿਹਾ। ਆਸਾ ਰਾਗ ਸ਼ਬਦ ਜੋ ਗਾਇਓ। ਜੋ ਭਾਈ ਆਸਾ ਰਾਗ ਦਾ ਸ਼ਬਦ ਮਹਾਰਾਜ ਨੇ ਗਾਇਨ ਕੀਤਾ ਹੈ। ਪੁਨ ਜਸ ਕੀਨੀ ਹਮ ਪਿਤ ਕੇਰੀ। ਫਿਰ ਮਹਾਰਾਜ ਕਹਿੰਦੇ ਭਾਈ ਉਹ ਆਸਾ ਰਾਗ ਦਾ ਉਹੀ ਸ਼ਬਦ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇ। ਫਿਰ ਮਹਾਰਾਜ ਕਹਿੰਦੇ ਭਾਈ ਜਿਵੇਂ ਅਸੀਂ ਆਪਣੇ ਪਿਤਾ ਦੇ ਜਿਹੜੀ ਹੈ ਉਹ ਅੰਤਮ ਸੰਸਕਾਰ ਕੀਤਾ ਹੈ ਤੈਸੇ ਤੁਮ ਕਰ ਹੋ ਬਿਨ ਦੇਰੀ। ਉਸੇ ਤਰ੍ਹਾਂ ਭਾਈ ਤੁਸੀਂ ਵੀ ਬਿਨਾਂ ਦੇਰੀ ਉਸ ਕਾਰਜ ਕਰ ਦੇਣਾ। ਸਿੱਖ ਵੀ ਹਮਰੇ ਕਰ ਹੈ ਐਸੀ। ਤੇ ਜਿਹੜੇ ਸਾਡੇ ਸਿੱਖ ਹੈ ਉਹ ਵੀ ਇਸੇ ਤਰ੍ਹਾਂ ਹੀ ਕਰਨ। ਹਮ ਪਿੱਛੇ ਤੁਮ ਕਰ ਹੋ ਜੈਸੀ। ਜਿਵੇਂ ਤੁਸੀਂ ਸਾਡੇ ਤੋਂ ਬਾਅਦ ਕਰੋਗੇ। ਸਤ ਬਚਨ ਸਭ ਨੇ ਤਬ ਕੀਨਾ। ਸਾਰਿਆਂ ਨੇ ਫਿਰ ਸਤ ਬਚਨ ਕਿਹਾ। ਆਗਿਆ ਸਤਿਗੁਰ ਮੈਂ ਹਿਤ ਦੀਨਾ। ਕਿਉਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਭਾਈ ਵਾਸਤੇ ਇਹ ਆਗਿਆ ਦਿੱਤੀ ਹੈ। ਦਿਵਸ ਬੀਤਿਓ ਨਿਸ ਪਹੁੰਨੇ ਆਈ। ਅਸੂਬਦੀ ਨੌਵੀਂ ਦਾ ਦਿਨ ਬੀਤ ਗਿਆ ਤੇ ਫਿਰ ਰਾਤ ਆ ਗਈ। ਦੀਪ ਮਾਲਪੁਰ ਸਾਰੇ ਥਾਈ। ਸਾਰੇ ਸ੍ਰੀ ਕਰਤਾਰਪੁਰ ਨਗਰ ਦੇ ਵਿੱਚ ਦੀਪਮਾਲਾ ਕੀਤੀ। ਠੌਰ ਠੌਰ ਮੈਂ ਲੱਗਿਓ ਦੀਵਾਨਾ। ਜਗ੍ਹਾ ਜਗ੍ਹਾ ਤੇ ਰਾਤਰੀ ਦੇ ਦੀਵਾਨ ਲਾਗੇ ਕੋਈ ਸੁੱਤਾ ਨਹੀਂ। ਹੋਵੇ ਕੀਰਤਨ ਸ਼ਬਦ ਮਹਾਨਾ। ਤੇ ਸਾਰੇ ਭਾਈ ਬਹੁਤ ਕੀਰਤਨ ਵਿਚਾਰ ਮਹਿਮਾ ਵਾਹਿਗੁਰੂ ਦੀ ਹੋ ਰਹੀ ਹੈ। ਸਕਲ ਰੈਨ ਮਹਿ ਜਾਗਰਨ ਕੀਨਾ। ਸਾਰੀ ਰਾਤ ਗੁਰਸਿੱਖਾਂ ਨੇ ਜਾਗਰਣ ਕੀਤਾ ਭਾਵ ਜਾਗ ਕੇ ਵਾਹਿਗੁਰੂ ਦਾ ਜਸ ਕੀਤਾ। ਗੁਰ ਸ਼ਰਧਾ ਮਹਿ ਮਨ ਜਿਨ ਭੀਨਾ। ਜਿਨ੍ਹਾਂ ਗੁਰਸਿੱਖਾਂ ਦਾ ਮਨ ਗੁਰੂ ਦੀ ਸ਼ਰਧਾ ਵਿੱਚ ਭਿੱਜਿਆ ਹੋਇਆ ਹੈ ਸਾਰੇ ਰਾਤ ਜਸ ਕਰਦੇ ਰਹੇ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਸ੍ਰੀ ਆਦ ਗੁਰੂ ਜੋਤੀ ਜੋਤ ਸਮਾਵਨ ਤਿਆਰੀ ਪ੍ਰਸੰਗ ਵਰਣਨ। ਵੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜੋਤੀ ਜੋ ਸਮਾਉਣ ਦੀ ਤਿਆਰੀ ਉਹ ਪ੍ਰਸੰਗ
ਸੰਤ ਰੇਣ ਜੀ ਕਹਿੰਦੇ ਭਾਈ ਵਰਣਨ ਕੀਤਾ। ਨਾਮ 63ਵਾਂ ਮੰਦਰ ਹੈ, 63ਵੇਂ ਘਰ ਦਾ ਇਹ ਪ੍ਰਸੰਗ ਹੈ ਤੇ ਕੱਲ ਨੂੰ 64ਵੇਂ ਘਰ ਦਾ ਪ੍ਰਸੰਗ ਜੋ ਹੈ ਉਹ ਆਪਾਂ ਜਿਹੜਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜੀਵਨ ਪ੍ਰਸੰਗਾਂ ਦਾ ਇਸ ਅਖੀਰਲਾ ਪ੍ਰਸੰਗ ਹੋਵੇਗਾ। ਉਸ ਤੋਂ ਅੱਗੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਦੇ ਪ੍ਰਸੰਗ ਹੈ, ਉਹ ਆਪਾਂ ਕੱਲ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।